ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪੰਜਾਬ ਦੇ ਪੰਜਾਬੀ ਦੇ ਉੱਘੇ ਚਿੰਤਕ ਸਰਦਾਰ ਅਮਰਜੀਤ ਸਿੰਘ ਗਰੇਵਾਲ। ਗਰੇਵਾਲ ਸਾਹਿਬ ਜੀ ਆਇਆਂ। ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਗਰੇਵਾਲ ਸਾਹਿਬ, ਇਸ ਖਿੱਤੇ ਦੇ ਔਰ ਇੱਥੋਂ ਦੇ ਵਸਨੀਕਾਂ ਦੇ ਅਜੀਬ ਮਸਲੇ ਆ, ਅਜੀਬ ਸੰਕਟ ਨੇ। ਬਹੁਤ ਸਾਰੇ ਲੋਕ ਅਜੇ ਵੀ ਇਸ ਮਗਾਲਤੇ 'ਚ ਨੇ ਕਿ ਸ਼ਾਇਦ ਬੇਅਦਬੀ ਮਾਮਲਿਆਂ ਦਾ ਇਨਸਾਫ ਮਿਲਣ ਤੋਂ ਬਾਅਦ ਸਭ ਠੀਕ ਹੋ ਜੂ, ਜਾਂ ਨਸ਼ੇ ਦੇ ਮਾਮਲੇ 'ਚ ਕੁਝ ਲੋਕਾਂ ਦੇ ਫੜੇ ਜਾਣ ਬਾਅਦ ਸਥਿਤੀ ਸੁਖਾਵੀਂ ਹੋ ਜਾਊਗੀ। ਪਰ ਸੰਕਟ ਜ਼ਿਆਦਾ ਗੰਭੀਰ ਆ ਔਰ ਇਹ ਸੰਕਟ ਦਹਾਕਿਆਂ ਤੋਂ ਫੈਲਦਾ ਨਜ਼ਰ ਆਉਂਦਾ। ਇਹਦੀ ਪੂਰੀ ਦੀ ਪੂਰੀ ਥਾਹ ਪਾਉਣੀ ਤੁਹਾਡੇ ਵਰਗੇ ਵਿਦਵਾਨ ਲੋਕਾਂ ਦੇ ਹਿੱਸੇ ਤਾਂ ਆ ਸਕਦੀ ਹੈ। ਪੋਲੀਟੀਸ਼ੀਅਨਸ ਕੋਲ ਨਾ ਇੰਨਾ ਵੇਲ ਹੈ ਔਰ ਨਾ ਸ਼ਾਇਦ ਉਹਨਾਂ ਦਾ ਇੰਨਾ ਵਿਜ਼ਨ ਹੈ। ਪੰਜਾਬ ਦੇ ਵਿੱਚ ਅਜੀਬ ਕਲਚਰ ਵਿਕਸਿਤ ਹੋ ਰਿਹਾ, ਕਿਰਤ ਦਾ ਕਲਚਰ। ਕਰਤਾਰਪੁਰ ਸਾਹਿਬ ਤੋਂ ਤੁਰਿਆ ਬਾਬੇ ਨਾਨਕ ਦਾ ਉਹ ਸੱਚ ਕਿਤੇ ਦੂਰ ਰਹਿੰਦਾ ਦਿਸਦਾ ਹੈ। ਸੋ ਮੈਂ ਤੁਹਾਡੇ ਨਾਲ ਏਜੰਡਾ ਪੰਜਾਬ ਦੀ ਗੱਲ ਕਰਨੀ ਹੈ ਕਿ ਪੰਜਾਬ ਦਾ ਜੇ ਮੇਨ ਇਸ ਵੇਲੇ ਸੰਕਟ ਹੈ ਤਾਂ ਉਹ ਕੀ ਹੈ ਤੇ ਇਹਨੂੰ ਹੱਲ ਕਿਵੇਂ ਕੀਤਾ ਜਾ ਸਕਦਾ। ਬੁਨਿਆਦ ਪਹਿਲਾਂ ਸੈੱਟ ਕਰ ਦਿਓ ਮੈਨੂੰ ਕਿ ਆਪਾਂ ਗੱਲ ਕਿੱਥੋਂ ਤੋਰ ਰਹੇ। ਧੰਨਵਾਦ ਰੰਧਾਵਾ ਸਾਹਿਬ। ਬਹੁਤ ਇਸ ਵੇਲੇ ਮੈਂ ਸਮਝਦਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹੀ ਆ ਕਿ ਜੇ ਅਸੀਂ ਪੰਜਾਬ ਦਾ ਏਜੰਡਾ ਤੈਅ ਕਰ ਲਈਏ। ਸਵਾਲ ਪਹਿਲਾਂ ਇੱਥੋਂ ਸ਼ੁਰੂ ਕਰ ਸਕਦੇ ਆ ਕਿ ਪੰਜਾਬ ਦਾ ਏਜੰਡਾ ਤੈਅ ਕਰਨ ਦੀ ਕੀ ਜ਼ਰੂਰਤ ਆ। ਕੀ ਜਿਹੜਾ ਹੁਣ ਜਿਸ ਏਜੰਡੇ ਤੇ ਪੰਜਾਬ ਚੱਲ ਰਿਹਾ ਕਿ ਉਹਨੂੰ ਹੀ ਵਧੇਰੇ ਕਾਰਜ ਕੁਸ਼ਲਤਾ ਨਾਲ, ਵਧੇਰੇ ਐਫੀਸ਼ੀਐਂਸੀ ਨਾਲ ਜੇ ਤੋਰਿਆ ਜਾਵੇ ਤਾਂ ਕੀ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ। ਇਹਦੀ ਆਪਾਂ ਜਿਹੜੀ ਜੇ ਉਦਾਹਰਨ ਲੈਣੀ ਹੋਵੇ ਤਾਂ ਇਹ ਲੈ ਸਕਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਹਰਾ ਇਨਕਲਾਬ ਆ ਜਿਹਨੇ ਪੰਜਾਬ ਨੂੰ ਮੂੰਹ ਦਿਖਾਇਆ ਖੁਸ਼ਹਾਲੀ ਦਾ, ਕਿ ਉਸੇ ਏਜੰਡੇ ਨੂੰ ਚਾਲੂ ਰੱਖ ਕੇ ਖੇਤੀਬਾੜੀ ਨੂੰ ਅੱਗੇ ਲਿਜਾਇਆ ਜਾ ਸਕਦਾ। ਇੱਥੋਂ ਸਾਨੂੰ ਸਮਝ ਲੱਗ ਜਾਏਗੀ ਕਿ ਕੀ ਜਿਹੜਾ ਮੌਜੂਦਾ ਏਜੰਡਾ ਜਿਹਦੇ ਉੱਤੇ ਅਸੀਂ ਪੰਜਾਬ ਦਾ ਨਿਰਮਾਣ ਕੀਤਾ, ਕੀ ਉਹ ਏਜੰਡਾ ਆਪਣੇ ਆਪ ਦੇ ਵਿੱਚ ਠੀਕ ਆ ਪੰਜਾਬ ਨੂੰ ਅੱਗੇ ਤੋਰਨ ਲਈ, ਜਾਂ ਉਹ ਏਜੰਡਾ ਇਹ ਰੂਪ ਧਾਰਨ ਕਰ ਗਿਆ ਕਿ ਉਹ ਪੰਜਾਬ ਨੂੰ ਅੱਗੇ ਲਿਜਾਣ ਦੀ ਥਾਂ ਪਿੱਛੇ ਪਾਏਗਾ, ਪੰਜਾਬ ਨੂੰ ਉਚਾਈਆਂ ਤੱਕ ਲਿਜਾਣ ਦੀ ਥਾਂ ਤੇ ਪੰਜਾਬ ਨੂੰ ਨਿਵਾਈਆਂ ਵਿੱਚ ਲੈ ਜਾਏਗਾ। ਜੇ ਇਹੋ ਜਿਹੀ ਗੱਲ ਆ ਤਾਂ ਸਾਨੂੰ ਸਰਟਨਲੀ ਪੰਜਾਬ ਦਾ ਏਜੰਡਾ ਚੇਂਜ ਕਰਨਾ ਪਏਗਾ। ਪੰਜਾਬ ਦੀ ਜਿਹੜੀ ਦਿਸ਼ਾ ਉਹ ਚੇਂਜ ਕਰਨੀ ਪਏਗੀ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜੇ ਸਪੋਜ਼ ਪੰਜਾਬ ਦੀ ਐਗਰੀਕਲਚਰ ਵਾਲੀ ਦੇਖੀਏ, ਪੰਜਾਬ ਦੀ ਖੇਤੀਬਾੜੀ ਨੇ ਹਰੇ ਇਨਕਲਾਬ ਦੇ ਨਾਲ ਬਹੁਤ ਖੁਸ਼ਹਾਲੀ ਦਾ ਮੂੰਹ ਦੇਖਿਆ, ਪਰ ਪ੍ਰਤੀ ਜੀ ਆਮਦਨੀਆਂ ਵੀ ਵਧੀਆਂ, ਪ੍ਰਤੀ ਜੀ ਉਮਰ ਵੀ ਵਧੀ, ਪ੍ਰਤੀ ਜੀ ਬੱਚਿਆਂ ਦੀ ਜਿਹੜੀ ਡੈਥ ਰੇਟ ਸੀ ਉਹ ਵੀ ਘਟਿਆ। ਹਰ ਤਰ੍ਹਾਂ ਨਾਲ ਪੰਜਾਬ ਅੱਗੇ ਵਧਿਆ। ਪਰ ਜਿਉਂ-ਜਿਉਂ ਅਸੀਂ ਉਸ ਮਾਡਲ ਦੇ ਉੱਤੇ ਚੱਲਦੇ ਗਏ, ਸਭ ਤੋਂ ਪਹਿਲਾਂ ਤਾਂ ਉਸ ਮਾਡਲ ਨੇ ਪੰਜਾਬ ਦੀਆਂ ਜ਼ਮੀਨਾਂ ਖਾ ਲਈਆਂ, ਪੰਜਾਬ ਦਾ ਪਾਣੀ ਖਾ ਲਿਆ, ਪੰਜਾਬ ਦੀ ਹਵਾ ਸਾਰਾ ਬਰਬਾਦ ਕਰਤੀ। ਗੱਲ ਇਹ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਉਹਨੇ ਉਸ ਮਾਡਲ ਨੇ ਮਰਨੇ ਪਾ ਦਿੱਤਾ। ਫਿਰ ਜਿਹੜੀਆਂ ਇਨਪੁੱਟ ਦੀਆਂ ਕਾਸਟ ਸੀ ਉਹ ਵਧਣੀਆਂ ਸ਼ੁਰੂ ਹੋ ਗਈਆਂ, ਜਿਣਸਾਂ ਦੀਆਂ ਕੀਮਤਾਂ ਉੱਥੇ ਸਟੈਗਨੇਟ ਕਰ ਗਈਆਂ ਤੇ ਉਹਦੇ ਨਾਲ ਜਿਹੜੀ ਕਿਸਾਨਾਂ ਦੀ ਆਮਦਨ ਆ ਉਹ ਵੀ ਬਹੁਤ ਘਟ ਗਈ। ਇਹ ਕਹਿ ਸਕਦੇ ਹਾਂ ਕਿ ਇਸ ਮਾਡਲ ਨੇ ਪੰਜਾਬ ਨੂੰ ਇੱਕ ਐਸਾ ਮੈਟਾਫਰ ਦੇ ਨਾਲ ਜੋੜ ਦਿੱਤਾ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਨੇ ਆਪਣੇ ਆਪ ਨੂੰ ਹੀ ਰੇਪ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਸੁਸਾਈਡ ਦੇ ਰਸਤੇ ਤੇ ਪੈ ਗਿਆ। ਹੁਣ ਇਸ ਦੇ ਨਾਲ ਕੀ ਹੋਇਆ ਕਿ ਜਿਹੜੀ ਜ਼ਮੀਨ ਸੀਗੀ ਉਹ ਆਮਦਨ ਤਾਂ ਪਹਿਲਾਂ ਦਿੰਦੀ ਰਹੀ, ਪਰ ਸਾਰਾ এনवायरमेंट ਬਰਬਾਦ ਕਰ ਦਿੱਤਾ। ਨੰਬਰ 2 ਤੇ ਜਿਹੜੀ ਇੰਪਲੋਇਮੈਂਟ ਸੀਗੀ, ਕਿਉਂਕਿ ਅਸੀਂ ਸਾਰੇ ਦਾ ਸਾਰਾ ਜਿਹੜਾ ਰੁਝਾਨ ਆ ਉਹ ਖੇਤੀਬਾੜੀ ਵੱਲ ਲਾ ਦਿੱਤਾ ਸੀ। ਨਵਾਂ ਜਿਹੜਾ ਮਾਡਰਨ ਸੈਕਟਰ ਉਹ ਡਿਵੈਲਪ ਨਾ ਕਰ ਸਕੇ, ਇਸ ਕਰਕੇ ਕਿਸਾਨਾਂ ਦੇ ਪੁੱਤਰਾਂ ਨੂੰ, ਧੀਆਂ ਨੂੰ ਜਾਂ ਦੂਸਰਿਆਂ ਨੂੰ ਵੀ, ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਕੋਈ ਅਪਰਚੁਨਿਟੀ ਨਾ ਮਿਲ ਸਕੀ। ਤੀਸਰੀ ਗੱਲ ਇਹ ਕਿ ਪੰਜਾਬ ਦੇ ਜਿਹੜੀਆਂ ਅਦਰ ਦੈਨ ਜੱਟ ਸਿੱਖ ਕਾਸਟ ਸੀਗੀਆਂ ਉਹ ਐਲੀਨੇਟ ਹੋ ਗਈਆਂ, ਕਿਉਂਕਿ ਸਾਰੇ ਦਾ ਸਾਰਾ ਜਿਹੜਾ ਰੁਝਾਨ ਆ ਉਹ ਖੇਤੀਬਾੜੀ ਵੱਲ ਰਿਹਾ। ਤੇ ਜਿਹੜੇ ਨਾਨ ਐਗਰੀਕਲਚਰ ਪ੍ਰੋਫੈਸ਼ਨ ਸੀਗੇ ਉਹ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਜਿੰਨੇ ਨਾਨ ਐਗਰੀਕਲਚਰ ਪ੍ਰੋਫੈਸ਼ਨ ਸੀਗੇ ਉਹ ਖੇਤੀ ਨਾਲ ਜੁੜੇ ਰਹੇ, ਇਸ ਕਰਕੇ ਉਹਨਾਂ ਦਾ ਉੱਥੋਂ ਰੁਜ਼ਗਾਰ ਚੱਲਦਾ ਰਿਹਾ। ਪਰ ਹੌਲੀ ਹੌਲੀ ਉਹ ਜਿਹੜੇ ਸੀਰੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਉਹ ਸਾਰੇ ਦੇ ਸਾਰੇ ਨੌਕਰ ਬਣ ਗਏ, ਉਹ ਸਾਰੇ ਦੇ ਸਾਰੇ ਲੇਬਰ ਬਣ ਗਈ ਤੇ ਲੇਬਰ ਬਾਹਰੋਂ ਵੀ ਆਉਣੀ ਸ਼ੁਰੂ ਹੋ ਗਈ। ਇਹ ਜਿਹੜੀ ਸਾਰੇ ਦਾ ਸਾਰਾ ਇੱਕ ਬਹੁਤ ਵੱਡਾ ਸੈਕਸ਼ਨ ਸੀ ਪੰਜਾਬ ਸੁਸਾਇਟੀ ਦਾ, ਉਹ ਐਲੀਨੇਟ ਹੋ ਗਿਆ। ਉਹ ਜਿਹੜਾ ਪੰਜਾਬ ਦਾ ਡਿਵੈਲਪਮੈਂਟਲ ਪ੍ਰੋਸੈਸ ਸੀ ਉਹਦੇ ਵਿੱਚ ਉਹਦੀ ਪਾਰਟਿਸਿਪੇਸ਼ਨ ਤੋਂ ਦੂਰ ਹੋ ਗਏ। ਉਹਨਾਂ ਦਾ ਉਸ ਪੰਜਾਬ ਦੇ ਨਿਰਮਾਣ ਦੇ ਵਿੱਚ ਕੋਈ ਯੋਗਦਾਨ ਹੀ ਨਾ ਰਿਹਾ। ਸੋ ਹੁਣ ਇਹਨੂੰ ਐਡਰੈਸ ਕਰ ਲਈਏ। ਕੋਈ ਦੋ ਰਾਵਾਂ ਨਹੀਂ ਕਿ ਕਿਉਂਕਿ ਜਦੋਂ ਕਿਸਾਨਾਂ ਦੀ ਅਗਲੀ ਪੀੜ੍ਹੀ ਸ਼ਾਮਲ ਹੁੰਦੀ ਆ ਐਗਰੀਕਲਚਰ 'ਚ
ਤਾਂ ਉਹ ਬੇਮੁਖ ਵੀ ਹੋ ਜਾਂਦੀ ਨਾਲ ਹੀ ਕਿ ਅਸੀਂ ਨਹੀਂ ਕਰਨਾ, ਅਸੀਂ ਇਸ ਖੇਤੀ ਦੇ ਧੰਦੇ 'ਚ ਨਹੀਂ ਰਹਿਣਾ, ਅਸੀਂ ਇਹ 'ਚੋਂ ਨਿਕਲਣਾ। ਜਾਂ ਸਮਝ ਲਓ ਕਿ ਉਹਨਾਂ ਦੀਆਂ ਖਾਹਿਸ਼ਾਂ ਇੱਥੋਂ ਪੂਰੀਆਂ ਨਹੀਂ ਸੀ ਹੋ ਰਹੀਆਂ। ਜਿੰਨੇ ਖੁਸ਼ਹਾਲੀ ਦਿੱਤੀ ਸੀ, ਹੁਣ ਇਹ ਖੁਸ਼ਹਾਲੀ ਸਾਨੂੰ ਛੋਟੀ ਲੱਗਣ ਲੱਗ ਪਈ, ਕਿਉਂਕਿ ਮਨੁੱਖ ਦਾ ਸੁਭਾਅ ਉੱਡਣ ਦਾ ਹੈ ਕਿ ਮੈਨੂੰ ਫਰਦਰ ਕੀ ਮਿਲੇ। ਸ਼ਾਇਦ ਵਿਕਾਸ ਲਈ ਜਾਂ ਉਹਦੇ ਵਿੱਚ ਜਿਹੜੀ ਖੜੋਤ ਆ ਗਈ, ਸੈਚੂਰੇਸ਼ਨ ਆ ਗਿਆ, ਉਹ ਟੁੱਟਣਾ ਔਖਾ ਸੀ। ਤੇ ਜੱਟ ਦੇ ਪੁੱਤ ਨੇ, ਕਿਸਾਨ ਦੇ ਪੁੱਤ ਨੇ ਉੱਥੋਂ ਨਿਕਲਣਾ ਹੀ ਸੀਗਾ, ਇਹ 'ਚ ਦੋ ਰਾਵਾਂ ਨਹੀਂ। ਹੁਣ ਜੇਕਰ ਅਸੀਂ ਖੇਤੀ ਤੇ ਰਹਿਣਾ ਵਾ ਤੇ ਸਾਨੂੰ, ਜੇ ਅਸੀਂ ਖੇਤੀ ਤੇ ਰਹਿਣਾ ਹੈ, ਪਹਿਲੀ ਗੱਲ ਤਾਂ ਅਸੀਂ ਜੱਟ ਦੇ ਪੁੱਤ ਤੇ ਨਾ ਜਾਈਏ, ਕਿਸਾਨ ਦੇ ਪੁੱਤ ਤੇ ਨਾ ਜਾਈਏ, ਪਹਿਲਾਂ ਅਸੀਂ ਕਿਸਾਨ ਤੇ ਆ ਜਾਈਏ ਕਿ ਕਿਸਾਨ ਹੁਣ ਇਸ ਜਗ੍ਹਾ ਤੇ ਖੜਿਆ ਕੀ ਕਰੇ। ਜੇਕਰ ਸਰਕਾਰਾਂ ਲਈ ਕੋਈ ਰੋਲ ਮਾਡਲ ਹੋਵੇ, ਕੋਈ ਇਸ ਤਰ੍ਹਾਂ ਦਾ ਮਤਲਬ ਕੋਈ ਪਲੈਨਿੰਗ ਕਰਨੀ ਹੋਵੇ ਤਾਂ ਕੀ ਕਰਨ, ਕਿ ਮੌਜੂਦਾ ਖੇਤੀ ਮਾਡਲ ਨੂੰ ਕਿਸ ਤਰੀਕੇ ਨਾਲ ਉਹ ਮੁੜ ਪਰਿਭਾਸ਼ਿਤ ਕਰਨ, ਡਿਫਾਈਨ ਕਰਨ ਜਾਂ ਨਵਿਆਉਣ। ਕਿਉਂਕਿ ਡਾਇਵਰਸਿਫਿਕੇਸ਼ਨ ਵੀ ਫੇਲ ਹੋ ਗਈ, ਐਗਰੀ ਬੇਸਡ ਫਰਮਾਂ ਦੀ ਗੱਲ ਆਉਂਦੀ ਹੈ, ਇੰਡਸਟਰੀ ਦੀ ਗੱਲ ਆਉਂਦੀ, ਉਹ ਵੀ ਨਾ ਲੱਗ ਸਕੀਆਂ, ਬਹੁਤ ਸਰਮਾਇਆ ਚਾਹੀਦਾ। ਹੁਣ ਤੇ ਅਸੀਂ ਜਿਹੜਾ ਕਾਰਪੋਰੇਟ ਸੀ, ਜਿਹਨੇ ਪੈਸੇ ਇੱਥੇ ਲਾਉਣੇ ਸੀ ਆ ਕੇ, ਜਾਂ ਲਾਉਣ ਦੀ ਸੰਭਾਵਨਾ ਹੋ ਸਕਦੀ ਕਿਉਂਕਿ ਦੁਨੀਆ 'ਚ ਉਹੀ ਕਲਚਰ ਆ, ਉਹ ਵੀ ਹੁਣ ਇੱਥੇ ਪੰਜਾਬ 'ਚ ਆਉਣੋਂ ਅਗਲੇ 20 ਸਾਲ ਤੱਕ ਤੇ ਡਰੂਗਾ, ਉਹਦੀ ਕੋਈ ਅਗਲੀ ਪੀੜ੍ਹੀ ਆ ਕੇ ਲਾ ਲੇ ਤੇ ਲਾ ਲੇ। ਸੋ ਇਸ ਵੇਲੇ ਪੰਜਾਬ ਜਿੱਥੇ ਖੜਾ, ਇੱਥੋਂ ਹੁਣ ਸਾਡਾ ਰਾਹ ਕੀ ਨਿਕਲਦਾ, ਕਿਹੜਾ ਰਾਹ ਵਾ? ਅਸੀਂ ਬੰਦ ਗੁਫਾ 'ਚ ਆ ਔਰ ਸਾਡੇ ਕੋਲ ਮਸ਼ਾਲ ਵੀ ਕੋਈ ਨਹੀਂ, ਤੇ ਸਾਡੇ ਕੋਲ ਜਗਾਉਣ ਲਈ ਹੁਣ ਦੋ ਪੱਥਰ ਰਗੜਨ ਵਾਲਾ ਪੱਥਰ ਜੋਗ ਰਹਿ ਗਿਆ। ਕੀ ਕਹਿੰਦੇ ਹੋ? ਬਹੁਤ ਠੀਕ ਗੱਲ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਹ ਮੰਨ ਕੇ ਤੁਰਦੇ ਹਾਂ ਕਿ ਜਿਹੜਾ ਪ੍ਰੈਜ਼ੈਂਟ ਸਾਡੇ ਕੋਲ ਡਿਵੈਲਪਮੈਂਟ ਦਾ ਮਾਡਲ ਆ, ਉਹ ਪੰਜਾਬ ਦੀਆਂ ਜਿਹੜੀਆਂ ਵਰਤਮਾਨ ਸਮੱਸਿਆਵਾਂ ਨੇ, ਜਿਹੜੇ ਚੈਲੰਜਸ ਨੇ, ਉਹਨੂੰ ਦੂਰ ਕਰਨ ਦੇ ਸਮਰੱਥ ਨਹੀਂ ਹੈਗਾ। ਇਸ ਕਰਕੇ ਵੀ ਨੀਡਡ ਆਲਟਰਨੇਟ ਮਾਡਲ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹ ਪੁੱਛਦਾ, ਹਰ ਪੰਜਾਬੀ ਨੂੰ ਇਹ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਕਿ ਪੰਜਾਬ ਹੈ ਜਿਹੜਾ, ਉਹ ਇੱਕ ਅੰਨਦਾਤੇ ਤੋਂ ਭਿਖਾਰੀ ਕਿਵੇਂ ਬਣ ਗਿਆ? ਮੈਂ ਸਮਝਦਾ ਕਿ ਸਾਰੀ ਜਿਹੜੀ ਮੂਲ ਜੜ ਆ ਜਿਹੜੀ ਪੰਜਾਬ ਦੀ ਟ੍ਰੈਜਡੀ ਦੀ, ਤਰਾਸਦੀ ਦੀ, ਉਹ ਇਸ ਗੱਲ ਦੇ ਵਿੱਚ ਪਈ ਹੋਈ ਆ ਕਿ ਪੰਜਾਬ ਨੂੰ ਅਸੀਂ ਇਹ ਵੀ ਇੱਕ ਦੁਨੀਆ ਪੱਧਰ ਦੇ ਉੱਤੇ ਇੱਕ ਜਿਹੜਾ ਰੁਝਾਨ ਚੱਲਿਆ ਸੀ ਕਿ ਜਦੋਂ ਤੁਸੀਂ ਕਿਸੇ ਕ੍ਰਾਈਸਿਸ 'ਚ ਆ ਜਾਂਦੇ ਹੋ, ਪੰਜਾਬ ਇੱਕ ਕ੍ਰਾਈਸਿਸ ਦੇ ਵਿੱਚ ਆ ਗਿਆ, ਤਾਂ ਪੰਜਾਬ ਦੇ ਪੋਲੀਟੀਸ਼ੀਅਨਸ ਨੇ ਪਾਰਟੀਕੂਲਰਲੀ 1990 ਤੋਂ ਬਾਅਦ, 1900 ਮਤਲਬ ਸਮਝ 95-96 ਤੋਂ ਬਾਅਦ ਜਾਂ 97 ਤੋਂ ਬਾਅਦ, ਉਹਨਾਂ ਨੇ ਇੱਕ ਰਸਤਾ ਅਪਣਾ ਲਿਆ ਕਿ ਪੰਜਾਬ ਦੇ ਲੋਕਾਂ ਨੂੰ ਮੁਫਤ ਚੀਜ਼ਾਂ ਵੰਡੋ, ਉਹਦੇ ਰਾਹੀਂ ਵੋਟ ਬੈਂਕ ਹਾਸਲ ਕਰ ਲਓ। ਜਿਹੜੀ ਇਹ ਮੁਫਤਖੋਰੀ ਸੀ, ਜਿਹੜੀ ਇਹ ਪੰਜਾਬ ਦੇ ਲੋਕਾਂ ਦੇ ਹੱਥ ਠੂਠਾ ਫੜਾਉਣ ਵਾਲੀ ਗੱਲ ਸੀ, ਉਹਨੇ ਸਾਰੇ ਜਿਹੜੇ ਰਿਸੋਰਸਿਸ ਸੀ, ਪ੍ਰੋਡਕਟਿਵਿਟੀ ਗੇਨਸ ਸੀ ਜਿੰਨੇ ਪੰਜਾਬ ਦੇ, ਉਹ ਸਾਰਿਆਂ ਨੂੰ ਜਿਹੜੀਆਂ ਪਪੂਲਿਸਟ ਡਿਮਾਂਡਸ ਨੇ, ਪਪੂਲਿਸਟ ਸਲੋਗਨਸ ਨੇ, ਉਹਨਾਂ ਦੇ ਪਿੱਛੇ ਲਾ ਦਿੱਤਾ ਕਿ ਤੁਸੀਂ ਲੋਕਾਂ ਨੂੰ ਬਿਜਲੀ ਪਾਣੀ ਮੁਫਤ ਦੇ ਦਿਓ, ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰਨਾ ਮੁਫਤ ਕਰ ਦਿਓ, ਤੁਸੀਂ ਆਟਾ ਦਾਲ ਦੇ ਦਿਓ, ਤੁਸੀਂ ਦੇ ਦਿਓ, ਤੁਸੀਂ ਸਾਰੇ ਦਾ ਸਾਰਾ ਜਿਹੜਾ ਪ੍ਰੋਡਕਟਿਵਿਟੀ ਗੇਨ ਸੀਗੇ ਪੰਜਾਬ ਦੇ, ਉਹ ਸਾਰੇ ਇਸ ਪਾਸੇ ਝੋਕ ਦਿੱਤੇ। ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਖੁਸ਼ ਕਰਨ ਲਈ ਦੀਵਾਨ ਲਾ ਲਓ ਜਾਂ ਕੁਝ ਕਰ ਲਓ, ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਇਹਨਾਂ ਨੇ ਪੰਜਾਬ ਦੇ ਸਾਰੇ ਜਿਹੜੇ ਰਿਸੋਰਸਿਸ ਨੇ ਉਹ ਪਪੂਲਿਸਟ ਜਿਹੜੀਆਂ ਚੀਜ਼ਾਂ ਦੇ ਵਿੱਚ ਲਾਤੇ, ਔਰ ਪੰਜਾਬ ਦੀ ਡਿਵੈਲਪਮੈਂਟ ਦਾ ਨਾ ਏਜੰਡਾ ਤਿਆਰ ਹੋ ਸਕਿਆ ਔਰ ਨਾ ਹੀ ਪੰਜਾਬ ਨੂੰ ਕੋਈ ਨਵਾਂ ਰੂਪ ਦਿੱਤਾ ਜਾ ਸਕਿਆ। ਮੈਂ ਇਹਨੂੰ ਇੱਕ ਐਗਜ਼ਾਮਪਲ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ 1970 ਦੇ ਅਖੀਰਲੇ ਟਾਈਮਸ ਦੇ ਵਿੱਚ ਵੀ ਜੇ ਤੁਸੀਂ ਦੇਖ ਲਓ ਤਾਂ ਜਿਹੜਾ ਦੱਖਣੀ ਕੋਰੀਆ, ਉਹ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਦੇ ਵਿੱਚੋਂ ਇੱਕ ਹੁੰਦਾ ਸੀ, ਔਰ ਉਸ ਵੇਲੇ ਹੋਰ ਵੀ ਉਹਦੇ ਆਲੇ ਦੁਆਲੇ ਗਰੀਬ ਮੁਲਕ ਸੀ, ਪਰ ਜਦੋਂ ਤੁਸੀਂ ਅੱਜ ਦੇਖਦੇ ਹੋ, ਅੱਜ ਉਹ ਦੁਨੀਆ ਦਾ ਸਭ ਤੋਂ ਅਮੀਰ ਮੁਲਕਾਂ ਦੇ ਵਿੱਚੋਂ ਇੱਕ ਆ। ਹੁਣ ਅਸੀਂ ਇੱਥੋਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਉਹ ਜਿਹੜਾ ਮੁਲਕ ਸੀ, ਉਹ ਗਰੀਬੀ ਤੋਂ ਔਰ ਮਾਫੀਆ ਤੋਂ ਔਰ ਕਰਪਸ਼ਨ ਤੋਂ ਇਸ ਲੈਵਲ ਤੱਕ ਕਿਵੇਂ ਪਹੁੰਚਿਆ। ਅਸੀਂ ਇਸ ਲੈਵਲ ਤੇ ਜਿੱਥੇ ਕੋਰੀਆ ਹੈ, ਉੱਥੋਂ ਅਸੀਂ ਪਿੱਛੇ ਉਸ ਲੈਵਲ ਤੇ ਕਿਵੇਂ ਪਹੁੰਚੇ ਜਿੱਥੇ ਕੋਰੀਆ ਅੱਜ ਤੋਂ 50-60 ਸਾਲ ਪਹਿਲਾਂ ਹੁੰਦਾ ਸੀ। ਇਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਕੋਲ ਦੋ ਹੀ ਰਸਤੇ ਨੇ। ਇੱਕ ਰਸਤਾ ਇਹ ਆ ਕਿ ਤੁਸੀਂ ਉਸ ਰਸਤੇ ਤੇ ਚੱਲਦੇ ਰਹੋ ਜਿਹੜਾ ਰਸਤਾ ਅੱਜ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ, ਜਿਹਦੇ ਵਿੱਚ 2-3 ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ, ਉਸ ਤੋਂ ਬਾਅਦ 2 ਅਮਰਿੰਦਰ ਸਿੰਘ ਦੀਆਂ ਸਰਕਾਰਾਂ ਨੇ, ਇਹਨਾਂ ਟਾਈਮਸ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਐਮਫੈਸਿਸ ਆ ਉਹ ਪਪੂਲਿਸਟ ਜਿਹੜੇ ਸਕੀਮਸ ਨੇ ਉਹਨਾਂ ਦੇ ਉੱਤੇ ਕਨਸੈਂਟਰੇਟ ਰਿਹਾ। ਔਰ ਪੰਜਾਬ ਦੇ ਮੈਂ ਕਹਿੰਦਾ 3 ਚੀਜ਼ਾਂ ਬਹੁਤ ਨੇ। ਪੰਜਾਬ ਦਾ ਮਾਡਰਨਿਸਟ ਜਿਹੜਾ ਡਿਵੈਲਪਮੈਂਟ ਦਾ ਪ੍ਰੋਜੈਕਟ, ਉਹ ਅਸੀਂ ਮਿਸ ਕੀਤਾ। ਨੰਬਰ 2 ਤੇ ਪੰਜਾਬ ਦਾ ਇਨਕਲੂਸਿਵ ਜਿਹੜੀ ਨੈਸਾ ਡਿਵੈਲਪਮੈਂਟਲ ਮਾਡਲ ਦੇ ਵਿੱਚ ਉਹ ਮਿਸ ਕੀਤੀ, ਤੇ ਪੰਜਾਬ ਦਾ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਦਾ ਮਾਡਲ ਆ ਉਹ 3 ਮਿਸ ਕੀਤਾ। ਇਹਦੇ ਨਾਲ ਜਿਹੜੀਆਂ 2 ਚੀਜ਼ਾਂ ਨੇ ਉਹ ਕ੍ਰਾਈਸਿਸ ਦੇ ਵਿੱਚ ਆ ਗਈਆਂ। ਨੰਬਰ 1 ਐਮਪਲੋਇਮੈਂਟ ਜਾਂ ਕੰਮਕਾਰ ਜਾਂ ਕਿਰਤ ਜਿਹਨੂੰ ਕਹਿੰਦੇ ਆ, ਜਾਂ ਦੂਜੇ ਨੰਬਰ ਤੇ ਜਿਹੜੀ ਇੱਕ ਪ੍ਰੋਗਰੈਸਿਵ ਜਾਂ ਅਪਵਰਡ ਜਿਹੜੀ ਸੋਸ਼ੀਓ ਪੋਲੀਟੀਕਲ ਜਾਂ
ਜਿਹੜੀ ਇਹ ਇੱਕ ਖਾਸ ਕਿਸਮ ਜਿਹੜੀ ਮੋਬਿਲਿਟੀ ਸੀ, ਸੋਸ਼ੀਓ ਇਕਨੋਮਿਕ ਮੋਬਿਲਿਟੀ ਸੀ, ਉਹ ਇਫੈਕਟ ਹੋ ਗਈ। ਸੋ ਇਹ ਦੋ ਚੀਜ਼ਾਂ ਨੇ ਪੰਜਾਬ ਨੂੰ ਲਿਆ ਕੇ ਉੱਥੇ ਖੜਾ ਕਰ ਦਿੱਤਾ ਜਿੱਥੇ ਕਿ ਇਹ ਜਿਹੜਾ ਮੁਲਕ ਸੀ, ਜੇ ਆਪਾਂ ਕੋਰੀਆ ਨਾਲ ਕੰਪੇਅਰ ਕਰੀਏ, ਅੱਜ ਤੋਂ 50-60 ਸਾਲ ਪਹਿਲਾਂ ਹੁੰਦਾ ਸੀ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਕੀ ਅਸੀਂ ਜਿਹੜਾ ਕੋਰੀਆ ਨੇ ਮੈਥਡ ਅਡਾਪਟ ਕਰਕੇ ਇੱਥੋਂ ਤੱਕ ਪਹੁੰਚਿਆ, ਉਹ ਸਾਨੂੰ ਰਸਤਾ ਚਾਹੀਦਾ, ਜਾਂ ਜਿੱਥੇ ਪੰਜਾਬ ਕੋਰੀਆ ਵਾਲੀ ਇਹ ਪ੍ਰੈਜ਼ੈਂਟ ਸਿਚੁਏਸ਼ਨ ਤੋਂ ਗੁਰਬਤ ਦੀ ਔਰ ਮਾਫੀਏ ਦੀ ਔਰ ਇਸ ਕਿਸਮ ਦੀ ਸਿਚੁਏਸ਼ਨ 'ਚ ਪਹੁੰਚਿਆ, ਸਾਨੂੰ ਉਹ ਮਾਡਲ ਚਾਹੀਦਾ। ਸਪਸ਼ਟ ਆ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਉਹ ਮਾਡਲ ਜਿਹੜਾ ਅਸੀਂ ਹੁਣ ਤੱਕ ਅਡਾਪਟ ਕੀਤਾ ਹੋਇਆ ਸੀ ਉਹ ਤੋਂ ਪਿੱਛਾ ਛਡਾਉਣਾ ਪਏਗਾ। ਸਾਨੂੰ ਕੋਈ ਨਵਾਂ ਉਹ ਮਾਡਲ ਲੈ ਕੇ ਆਉਣਾ ਪਏਗਾ ਜਿਹੜਾ ਪੰਜਾਬ ਦੀ ਹੋਲਿਸਟਿਕ ਤੇ ਇਨਕਲੂਸਿਵ ਤੇ ਸਸਟੇਨੇਬਲ ਜਿਹੜੀ ਡਿਵੈਲਪਮੈਂਟ ਆ ਉਹਦੇ ਰਾਹੀਂ ਐਮਪਲੋਇਮੈਂਟ ਜਨਰੇਟ ਕਰ ਸਕੇ ਔਰ ਉਹਦੇ ਰਾਹੀਂ ਸੋਸ਼ਲ ਮੋਬਿਲਿਟੀ ਨੂੰ ਅਪਵਰਡ ਦਿਸ਼ਾ ਦੇ ਵਿੱਚ ਲਿਜਾ ਸਕੇ। ਬਿਲਕੁਲ ਠੀਕ ਹੈ, ਲੇਕਿਨ ਸਵਾਲ ਇਹ ਆ ਕਿ ਸਾਡੇ ਲੋਕਾਂ ਦਾ ਮੁਫਤਖੋਰਾ ਹੋਣਾ, ਇਹ ਨਾ ਤਾਂ ਰੁਝਾਨ ਛੱਡੇ ਜਾਣੇ ਆ, ਕਿਉਂਕਿ ਇਸ ਵੇਲੇ ਜਿੱਥੇ ਅਸੀਂ ਖੜੇ ਆ, ਇਲੈਕਸ਼ਨ ਅੱਗੇ ਆ ਰਹੀ ਹੈ, ਇਹਦੇ ਵਿੱਚ ਅੱਗੇ ਨਾਲੋਂ ਵੀ ਵੱਡੇ ਦਾਅਵੇ ਹੋਣ ਲੱਗੇ। ਮਤਲਬ ਹੁਣ ਤਾਂ ਦਿੱਲੀ ਵਾਲੇ ਸ਼ਾਮਲ ਹੋ ਗਏ, ਕੇਜਰੀਵਾਲ ਨੇ ਵੀ ਆ ਕੇ ਉਸੇ ਹੀ ਫਹਿਰਿਸਤ ਦੇ ਵਿੱਚ ਆਪਣਾ ਝੰਡਾ ਗੱਡਤਾ। ਸਵਾਲ ਇਹ ਵੀ ਹੈ ਕਿ 3 ਪੱਧਰਾਂ ਤੇ ਵਿਚਰਿਆ ਜਾ ਸਕਦਾ। ਇੱਕ ਤਾਂ ਵਿਜ਼ਨਰੀ ਲੀਡਰਸ਼ਿਪ, ਦੂਜੇ ਬੰਨੇ ਓਨੈਸਟ ਢਾਂਚਾਗਤ ਸਿਸਟਮ ਸਾਰਾ ਜਿਹਦੇ ਵਿੱਚ ਬਿਊਰੋਕ੍ਰੇਸੀ ਵੀ ਆਉਂਦੀ ਹੈ ਤੇ ਬਾਕੀ ਅਫਸਰਸ਼ਾਹੀ ਸਾਰੀ ਦੀ ਸਾਰੀ ਆਉਂਦੀ, ਤੇ ਤੀਜੇ ਬੰਨੇ ਲੋਕਾਂ ਦਾ ਇਸ ਖਿੱਤੇ ਨਾਲ ਮੋਹ ਮੁਹੱਬਤ ਹੋਵੇ ਕਿ ਜੇ ਕੁਝ ਗਲਤ ਹੁੰਦਾ ਤੇ ਉਹਦੇ ਵੱਲ ਵੇਖ ਕੇ ਅੱਖਾਂ ਨਾ ਮੀਟੋ, ਉਹਨੂੰ ਪੁਆਇੰਟ ਆਊਟ ਵੀ ਕਰੋ ਤੇ ਉਹਦੀ ਸ਼ਿਕਾਇਤ ਵੀ ਕਰੋ। ਮੈਨੂੰ ਇੰਝ ਲੱਗਦਾ ਕਿ ਇਮਾਨਦਾਰੀ 3 ਪੱਧਰਾਂ ਤੇ ਗਾਇਬ ਹੋ ਗਈ, ਪਬਲਿਕ ਪਾਰਟਿਸਿਪੇਸ਼ਨ ਦੇ ਵਿੱਚੋਂ ਵੀ ਗਾਇਬ ਹੋ ਗਈ, ਬਿਊਰੋਕ੍ਰੇਸੀ ਕਦੇ ਵੀ ਵਫਾਦਾਰ ਰਹੀ ਨਹੀਂ। ਹੁਣ ਤਾਂ ਮੈਨੂੰ ਹੋਰ ਤਰ੍ਹਾਂ ਦੇ ਟ੍ਰੈਂਡ ਹੋਣ ਲੱਗੇ, ਹੁਣ ਤਾਂ ਇਸ ਖਿੱਤੇ ਨਾਲ ਜੁੜੇ ਬਹੁਤ ਘੱਟ ਅਫਸਰ ਇੱਥੇ ਖੜੇ ਨੇ, ਤੇ ਤੀਜੇ ਬੰਨੇ ਪੋਲੀਟੀਸ਼ੀਅਨ ਸ਼ਾਇਦ ਜਿੱਤਦਿਆਂ ਹੀ ਅਗਲੀ ਜਿੱਤ ਦੀ ਤਿਆਰੀ ਸ਼ੁਰੂ ਕਰ ਦਿੰਦਾ, ਸੋ ਉਹ ਰਿਸੋਰਸਸ ਜੋੜਨੇ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਉਹਨੇ ਅਗਲੀ ਇਲੈਕਸ਼ਨ ਲੜਨੀ ਤੇ ਜਿੱਤਣੀ ਹੈ। ਇਹ 3 ਪੱਧਰਾਂ ਦੇ ਉੱਤੇ ਜਿੱਦਾਂ ਅਸੀਂ ਹੁਣ 2022 ਦੀ ਇਲੈਕਸ਼ਨ 'ਚ ਸ਼ਾਮਲ ਹੋ ਰਹੇ ਹਾਂ, ਇਹ ਤਾਂ ਮੈਨੂੰ ਤਾਂ ਇੰਝ ਲੱਗਦਾ ਜਿੱਦਾਂ ਅੱਗੇ ਨਾਲੋਂ ਵੱਡੀ ਖਾਈ ਖੂਹ ਦੇ ਵਿੱਚ ਡਿੱਗਣ ਜਾ ਰਹੇ ਆ। ਤੁਸੀਂ ਜੇ ਕੋਈ ਮਾੜੀ ਮੋਟੀ ਉਮੀਦ ਦੀ ਗੱਲ ਕਰਦੇ ਹੋ ਉਹ ਵੀ ਨਹੀਂ ਆਉਂਦੀ। ਪਰ ਮੈਂ ਫਿਰ ਘੁੰਮ ਕੇ ਇਸੇ ਗੱਲ ਤੇ ਆਉਣਾ ਚਾਹੁੰਦਾ ਕਿ ਜੇ ਪੋਲੀਟੀਸ਼ੀਅਨ ਸਾਨੂੰ ਵਿਜ਼ਨ ਨਹੀਂ ਦੇ ਰਹੇ ਕਿ ਉਹ ਬਦਲਵੇਂ ਪ੍ਰਬੰਧ ਕੀ ਦੇਣਗੇ, ਤਾਂ ਅਸੀਂ ਲੋਕ ਇੱਕ ਬਹਿਸ ਵਿੱਚ ਅੱਗੇ ਵਧੀਏ ਕਿ ਚੋਣ ਮੈਨੀਫੈਸਟੋ ਪਾਸੇ ਰੱਖ ਦੇਣ ਪੋਲੀਟੀਸ਼ੀਅਨ ਔਰ ਦੇਖਣ ਕਿ ਇਹ ਚੀਜ਼ ਜਿਹੜੀ ਕਹੀ ਜਾ ਰਹੀ ਹੈ, ਜਿਵੇਂ ਤੁਸੀਂ ਜਿਸ ਤਰ੍ਹਾਂ ਤੁਸੀਂ ਅਫਰੀਕਾ ਦੀ ਗੱਲ ਕਰ ਰਹੇ ਹੋ, ਮੈਨੂੰ ਸਮਝਾਇਓ ਕਿ ਉਹਨਾਂ ਨੇ ਅਡਾਪਟ ਕੀ ਕੀਤਾ, ਉਹਨਾਂ ਨੇ ਕੀ ਅਪਣਾਇਆ, ਉਹਨਾਂ ਨੇ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ। ਮੰਨ ਲਓ ਆਪਾਂ ਖੇਤੀ ਸੈਕਟਰ ਦੀ ਗੱਲ ਕਰਦੇ ਹਾਂ, ਤੇ ਹੁਣ ਜੇਕਰ ਸਾਡੇ ਕੋਲ ਇੰਡਸਟਰੀ ਵੀ ਹੈ ਨਹੀਂ, ਜੇ ਸਾਡੇ ਕੋਲ ਡਾਈਵਰਸਿਫਿਕੇਸ਼ਨ ਲਈ ਮੰਡੀ ਵੀ ਹੈ ਨਹੀਂ ਗੀ ਅੱਗੇ, ਤਾਂ ਫਿਰ ਅਸੀਂ ਹੁਣ ਕਰੀਏ ਕੀ? ਸਾਡੇ ਕੋਲ ਫਿਰ ਕਣਕ ਝੋਨਾ ਹੀ ਬਚਿਆ ਨਾ ਜੀ, ਤੇ ਜ਼ਿਆਦਾ ਤੋਂ ਜ਼ਿਆਦਾ ਕਿਤੇ ਗੰਨਾ ਲੱਗ ਜਾਂਦਾ, ਉਹੀ ਸਿਆਪੇ ਨੇ ਸਾਰੇ। ਜੇ ਮੰਨ ਲਓ ਕੱਲ ਨੂੰ MSP ਗਾਇਬ ਹੋ ਜਾਂਦੀ ਆ, ਬੰਦਾ ਕਿਹੜੇ ਖੂਹ 'ਚ ਪਊਗਾ? ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਬਦਲਵੇਂ ਪ੍ਰਬੰਧ ਕੀ ਕਰੀਏ। ਮੈਂ ਉਸੇ ਸਵਾਲ ਤੇ ਆ ਕੇ ਖੜਾ ਹੈ ਕਿ ਉਹ ਅਫਰੀਕਾ ਕਿਵੇਂ ਬਦਲਦਾ, ਇੱਥੋਂ ਤੱਕ ਆਉਂਦਾ, ਤੇ ਪੰਜਾਬ ਕਿਵੇਂ ਡੁੱਬ ਜਾਂਦਾ। ਅਫਰੀਕਾ ਵਾਲੀ ਗੱਲ ਮੈਨੂੰ ਜ਼ਿਆਦਾ ਸਮਝਾਇਓ ਕਿ ਉਹਨਾਂ ਲੋਕਾਂ ਨੇ ਕਿਹੜੇ ਪਹਿਲੂ ਲਏ। ਸ਼ਾਇਦ ਮੈਂ ਗਲਤ ਨਾ ਲਿਆ, ਮੈਂ ਦੱਖਣੀ ਅਫਰੀਕਾ ਨਹੀਂ, ਦੱਖਣੀ ਕੋਰੀਆ ਦੀ ਗੱਲ ਕਰ ਰਿਹਾ। ਮਾਫੀ ਚਾਹੁੰਦਾ, ਦੱਖਣੀ ਕੋਰੀਆ। ਜੀ ਜੀ, ਦੱਖਣੀ ਕੋਰੀਆ ਦੀ। ਦੇਖੋ ਹੁਣ ਇੱਕ ਸਭ ਤੋਂ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਪੰਜਾਬ ਆਪਣੀ ਬਿਹਤਰੀ ਚਾਹੁੰਦਾ, ਆਪਣੀ ਵੈਲਫੇਅਰ ਚਾਹੁੰਦਾ, ਆਪਣੇ ਬੱਚਿਆਂ ਲਈ ਰੁਜ਼ਗਾਰ ਚਾਹੁੰਦਾ। ਪੰਜਾਬ ਬਿਲਕੁਲ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਮੰਗਤਾ ਬਣਾ ਕੇ ਰੱਖਿਆ ਜਾਵੇ। ਇਹ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਹੈ, ਇਹ ਪੰਜਾਬ ਦੀ ਬਿਊਰੋਕ੍ਰੇਸੀ ਦੀ, ਉਸ ਤੋਂ ਵੀ ਵੱਧ ਪੰਜਾਬ ਦੀ ਜਿਹੜੀ ਪੋਲੀਟੀਕਲ ਕਲਾਸ ਆ ਉਹਦੀ ਲੋੜ ਆ, ਕਿਉਂਕਿ ਉਹਨਾਂ ਨੇ ਟੋਟਲ ਜਿਹੜਾ ਪੋਲੀਟੀਕਲ ਸਿਸਟਮ ਆ ਉਹ ਉਸ ਡਾਇਰੈਕਸ਼ਨ 'ਚ ਲਿਜਾ ਚੁੱਕੇ ਨੇ ਜਿੱਥੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਇਹੋ ਜਿਹੀਆਂ ਪੋਪੂਲਿਸਟ ਸਕੀਮਾਂ ਦੇ ਰਾਹੀਂ ਰੁਝਾ ਕੇ ਉਹਨਾਂ ਦਾ ਵੋਟ ਬੈਂਕ ਹਾਸਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੋਟ ਲੈਣਾ ਚਾਹੁੰਦੇ ਨੇ, ਕਿਉਂਕਿ ਉਹ ਇਸ ਗੱਲ ਤੋਂ ਟੁੱਟ ਚੁੱਕੇ ਨੇ ਕਿ ਪੰਜਾਬ ਕੋਈ ਆਈਡੀਓਲੋਜੀਕਲ ਆਧਾਰ ਵੀ ਨੂੰ ਖਤਮ ਕਰਨਾ ਚਾਹੁੰਦੇ ਨੇ। ਪੰਜਾਬ ਦੀ ਇਲੈਕਸ਼ਨ ਦੇ ਬੇਸ ਦੇ ਤੌਰ ਤੇ ਉਹ ਚਾਹੁੰਦੇ ਨੇ ਕਿ ਕੋਈ ਵੀ ਆਈਡੀਓਲੋਜੀਕਲ ਆਧਾਰ ਨਾ ਹੋਵੇ, ਕੋਈ ਡਿਵੈਲਪਮੈਂਟ ਦਾ ਆਧਾਰ ਨਾ ਹੋਵੇ। ਸਿਰਫ ਤੇ ਜੇ ਡਿਵੈਲਪਮੈਂਟ ਹੋਵੇ ਵੀ ਡਿਵੈਲਪਮੈਂਟ ਦਾ ਅਰਥ ਸਿਰਫ ਸੜਕਾਂ ਤੇ ਨਾਲੀਆਂ ਪੱਕੀਆਂ ਕਰਨ ਤੱਕ ਸੀਮਿਤ ਕਰ ਦਿੱਤਾ ਜਾਵੇ। ਸੋ ਪਰ ਹੁਣ ਸਾਨੂੰ ਬਹੁਤ, ਅਗਰ ਪੰਜਾਬ ਨੇ ਹੁਣ ਵਿਕਾਸ ਕਰਨਾ ਤਾਂ ਬਹੁਤ ਹੀ ਵੱਖਰੇ ਕਿਸਮ ਦੇ ਮਤਲਬ ਡਾਇਰੈਕਸ਼ਨ ਦੇ ਵਿੱਚ ਕਰਨਾ ਪਊਗਾ। ਔਰ ਮੈਂ ਇੱਕ ਗੱਲ ਬਹੁਤ ਕੌਨਫੀਡੈਂਸ ਨਾਲ ਇਹ ਗੱਲ ਕਹਿ ਸਕਦਾ ਕਿ ਪੰਜਾਬ ਦੇ ਲੋਕ, ਪੰਜਾਬ ਦੇ ਰਿਸੋਰਸਿਸ, ਪੰਜਾਬ ਦੀ ਯੂਥ, ਪੰਜਾਬ ਦੀਆਂ ਜਿਹੜੀਆਂ ਕਲਚਰਲ ਤੇ ਟ੍ਰੈਡੀਸ਼ਨਸ ਨੇ, ਪੰਜਾਬ ਦਾ ਜਿਹੜਾ ਵੈਲਿਊ ਸਿਸਟਮ ਆ ਉਹ ਇਹੋ ਜਿਹਾ ਕਿ ਜੇ ਪੰਜਾਬ ਨਵਾਂ
ਇਕਨੋਮਿਕ ਤੇ ਪੋਲੀਟੀਕਲ ਜਿਹੜਾ ਡਾਇਰੈਕਸ਼ਨ ਆ ਉਹ ਇਖਤਿਆਰ ਕਰ ਲਵੇ, ਜਿਸ ਦੀ ਉਹਨੂੰ ਇਸ ਵੇਲੇ ਲੋੜ ਆ, ਤਾਂ ਪੰਜਾਬ ਸਿਰਫ ਹਿੰਦੁਸਤਾਨ ਨੂੰ ਨਹੀਂ ਦੁਨੀਆ ਨੂੰ ਇਸ ਕੰਮ ਦੇ ਵਿੱਚ ਲੀਡ ਕਰ ਸਕਦਾ, ਜਿਸ ਤਰ੍ਹਾਂ ਨਾਲ ਉਹਨੇ ਕਿਸੇ ਵੇਲੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਐਗਰੀਕਲਚਰ ਨੂੰ ਲੀਡ ਕੀਤਾ ਸੀ ਦੁਨੀਆ ਦੇ ਵਿੱਚ, ਜਦੋਂ ਕਿ ਪੰਜਾਬ ਦੇ ਵਿੱਚ ਜਿਹੜੀ ਪਰ ਏਕੜ ਜਿਹਨੂੰ ਅਸੀਂ ਪ੍ਰੋਡਕਟਿਵਿਟੀ ਕਹਿੰਦੇ ਹਾਂ, ਪ੍ਰੋਡਕਟਿਵਿਟੀ ਦੁਨੀਆ ਦੇ ਵਿੱਚ ਟੌਪ ਦੇ ਉੱਤੇ ਜਾ ਚੁੱਕੀ ਸੀ। ਸਿਮਿਲਰਲੀ ਅੱਜ ਵੀ ਪੰਜਾਬ ਦੇ ਕੋਲ ਉਹਦਾ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਇਨ ਦੀ ਫਾਰਮ ਆਫ ਵੈਲਿਊ ਸਿਸਟਮ, ਕਲਚਰ, ਟ੍ਰੈਡੀਸ਼ਨਸ, ਇਹ ਜਿਹੜਾ ਸਾਰੇ ਦਾ ਸਾਰਾ ਹੈਗਾ, ਪੰਜਾਬ ਦੇ ਲੋਕ, ਪੰਜਾਬ ਦੀ ਯੂਥ, ਉਹ ਪੰਜਾਬ ਨੂੰ ਉਸ ਥਾਂ ਤੇ ਲਿਜਾ ਸਕਦਾ, ਮੈਂ ਪੂਰੇ ਨਿਸ਼ਚੇ ਨਾਲ ਕਹਿ ਸਕਦਾ। ਇੱਕੋ ਇੱਕ ਜਿਹੜੀ ਆਬਸਟੇਕਲ ਹੈ ਉਹ ਹੈ ਪੋਲੀਟੀਕਲ ਤੇ ਬਿਊਰੋਕ੍ਰੈਟਿਕ ਕਲਾਸ, ਜਿਹੜੀ ਕਿ ਅਜਿਹਾ ਕੰਮ ਹੋਣ ਤੋਂ ਰੋਕ ਰਹੀ ਆ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਇਸ ਯੂਥ ਨੂੰ, ਪੰਜਾਬ ਦੇ ਪ੍ਰੋਗਰੈਸਿਵ ਲੋਕਾਂ ਨੂੰ, ਪੰਜਾਬ ਦੇ ਭਲਾ ਚਾਹੁਣ ਵਾਲੇ ਲੋਕਾਂ ਨੂੰ ਇਲੈਕਟੋਰਲ ਪ੍ਰੋਸੈਸ ਤੋਂ ਬਾਹਰ ਰੱਖਣ ਲਈ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਗਈ ਕਿ ਇਲੈਕਸ਼ਨ ਇੰਨੀ ਮਹਿੰਗੀ ਕਰ ਦਿਓ, ਇੰਨੀ ਕਰਪਟ ਕਰ ਦਿਓ ਕਿ ਕੋਈ ਵੀ ਇਮਾਨਦਾਰ ਤੇ ਸੱਚਾ ਸੁੱਚਾ ਬੰਦਾ ਤੇ ਇੱਕ ਸਧਾਰਨ ਬੰਦਾ ਇਹਦੇ ਵਿੱਚ ਪਾਰਟਿਸਿਪੇਟ ਹੀ ਨਾ ਕਰ ਸਕੇ। ਸੋ ਇਸ ਸਥਿਤੀ ਦੇ ਵਿੱਚ ਮੈਂ ਸਮਝਦਾ ਇਹ ਬਹੁਤ ਹੀ ਇਹੀ ਜਿਹੀ ਸਥਿਤੀ ਨਹੀਂ ਹੈ ਜਿਹਨੂੰ ਮਤਲਬ ਨਹੀਂ ਇੰਪਰੂਵ ਕੀਤਾ ਜਾ ਸਕਦਾ, ਇਹਨੂੰ ਬਿਲਕੁਲ ਕੀਤਾ ਜਾ ਸਕਦਾ। ਇਸ ਪੰਜਾਬ ਦੀ ਈਵਨ ਪੋਲਿਟਿਕਸ ਨੂੰ ਸਾਫ਼ ਕੀਤਾ ਜਾ ਸਕਦਾ। ਮੈਨੂੰ ਜੇ ਕੋਈ ਇਹਦੇ ਵਿੱਚ ਇਸ ਵੇਲੇ ਰੋਸ਼ਨੀ ਦੀ ਚਿਣਗ ਦਿਖਾਈ ਦਿੰਦੀ ਆ ਤਾਂ ਉਹ ਹੈਗੀ ਆ ਪੰਜਾਬ ਜਿਹੜੀ ਕਿਸਾਨੀ ਦਾ ਸੰਘਰਸ਼ ਆ। ਮੈਂ ਇਹ ਨਹੀਂ ਕਹਿੰਦਾ ਕਿ ਕਿਸਾਨ ਮਤਲਬ ਇਲੈਕਸ਼ਨ ਲੜ ਕੇ ਇਸ ਨੂੰ ਠੀਕ ਕਰ ਸਕਦੇ ਨੇ, ਮੈਂ ਕਹਿੰਦਾ ਕਿਸਾਨ ਇਲੈਕਸ਼ਨ ਨਾ ਵੀ ਲੜਨ, ਪਰ ਪੰਜਾਬ ਕਿਸਾਨ ਨੇ ਜਿਹੜੇ ਜਾਂ ਕਿਸਾਨੀ ਜਿਹੜੀ ਸੰਘਰਸ਼ ਆ ਉਹਨੂੰ ਲੀਡ ਕਰਨ ਵਾਲੇ ਲੋਕ ਪੰਜਾਬ ਦੇ ਏਜੰਡੇ ਨੂੰ ਤਾਂ ਅੱਗੇ ਲਿਆ ਸਕਦੇ ਨੇ ਕਿ ਉਹ ਆਪਣੀ ਇੰਨੀ ਜ਼ਿੰਮੇਵਾਰੀ ਤਾਂ ਨਿਭਾ ਸਕਦੇ ਨੇ ਕਿ ਉਹ ਜਿਹੜਾ ਏਜੰਡਾ ਜਿਸ ਨੂੰ ਆਧਾਰ ਬਣਾ ਕੇ ਪੰਜਾਬ ਦੀਆਂ ਪੋਲੀਟੀਕਲ ਕਲਾਸਾਂ ਨੇ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ, ਔਰ ਜਿਹੜਾ ਪੰਜਾਬ ਨੂੰ ਇੱਕ ਆਲਟਰਨੇਟ ਏਜੰਡਾ ਚਾਹੀਦਾ, ਇਹ ਮਤਲਬ ਜਿਹੜੀਆਂ ਸੰਘਰਸ਼ ਜਿਹੜੀਆਂ ਇਹ ਧਿਰਾਂ ਹੈਗੀਆਂ ਨੇ ਕਰ ਰਹੀਆਂ ਕਿਸਾਨ ਸੰਘਰਸ਼, ਇਹ ਇਹਨਾਂ ਦਾ ਕਰ ਸਕਦੀਆਂ ਨੇ ਕਿ ਪੰਜਾਬ ਦਾ ਏਜੰਡਾ ਚੇਂਜ ਕੀਤਾ ਜਾਵੇ। ਨਹੀਂ ਪਰ ਦੱਸੂਗਾ ਕੌਣ? ਦੇਖੋ ਮੈਂ ਉਹੀ ਕਿਹਾ, ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਿਹਾ ਮੈਂ ਉਹਦੇ ਤੇ ਆ ਜਾਂਦਾ। ਸਾਊਥ ਕੋਰੀਆ ਕਿਵੇਂ ਅੱਗੇ ਵੱਧਦਾ ਹੈ ਵੀ ਜੇ ਮੰਨ ਲਓ ਕੋਈ ਦਬਾਅ ਦੀ ਰਾਜਨੀਤੀ ਵੀ ਕਰਨੀ ਹੋਵੇ, ਕਿਸਾਨ ਜਥੇਬੰਦੀਆਂ ਹੋਣ ਜਾਂ ਬਾਕੀ, ਤੁਸੀਂ ਥੋੜਾ ਜਿਹਾ ਅੱਗੇ ਆ ਜਾਓ, ਪਿੱਛੇ ਚਲੇ ਗਏ ਜ਼ਿਆਦਾ, ਜੇਕਰ ਇਸ ਤਰ੍ਹਾਂ ਦੀ ਕੋਈ ਰਾਜਨੀਤੀ ਵੀ ਕਰਨੀ ਹੋਵੇ ਤਾਂ ਉਹਦੇ ਲਈ ਬੁਨਿਆਦ ਤਾਂ ਕੋਈ ਹੋਵੇ ਨਾ, ਵੀ ਕੀ ਕਰਨ ਪੰਜਾਬੀ, ਕੋਈ ਚਲੋ ਸਰਕਾਰਾਂ ਪਾਸੇ ਰੱਖਦੇ ਆਪਾਂ ਹੀ ਕਦਮ ਸਾਰੇ ਚੱਲੀਏ ਤੁਰੀਏ, ਕੀ ਕਰੀਏ, ਕੀ ਕੋਈ ਦੱਸਦਾ ਨਹੀਂ, ਉਹ ਦੱਸਿਓ ਮੈਨੂੰ। ਓਕੇ, ਆਪਾਂ ਇੱਕ ਸਿੰਪਲ, ਤੁਸੀਂ ਇੱਕ ਕੁਐਸਚਨ ਕੀਤਾ ਕਿ ਪੰਜਾਬ ਦੇ ਵਿੱਚ ਸਿਵਾਏ ਕਣਕ ਝੋਨੇ ਦੇ ਕੁਛ ਨਹੀਂ ਬਚਿਆ। ਪੰਜਾਬ ਇੰਨਾ ਮਤਲਬ ਐਗਰੋ ਕਲਾਈਮੈਟਿਕਲੀ ਇੰਨਾ ਰਿਚ ਜੀਓਗ੍ਰਾਫੀਕਲ ਏਰੀਆ ਹੈਗਾ ਕਿ ਇੱਥੇ ਸਿਰਫ ਕਣਕ ਝੋਨਾ ਨਹੀਂ, ਹੋਰ ਬਹੁਤ ਕੁਝ ਹੋ ਸਕਦਾ, ਸਭ ਕੁਝ ਹੋ ਸਕਦਾ ਇੱਥੇ। ਹੁਣ ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਸਰਕਾਰ ਨੇ ਇਹ ਅਰੇਂਜਮੈਂਟ ਕੀਤਾ ਹੋਇਆ ਕਿ ਇੱਥੇ ਹੁਣ ਤੱਕ, ਕਿਉਂਕਿ ਇੰਡੀਆ ਦੀਆਂ ਲੋੜਾਂ ਸੀਗੀਆਂ ਅਨਾਜ ਉਤਪਾਦਨ ਦੀਆਂ, ਭੁੱਖਮਰੀ ਦੂਰ ਕਰਨ ਦੀਆਂ, ਇਸ ਕਰਕੇ ਉਹਨਾਂ ਨੇ ਪੰਜਾਬ ਨੂੰ ਕਣਕ ਝੋਨੇ ਤੱਕ ਸੀਮਤ ਕਰਕੇ ਰੱਖ ਦਿੱਤਾ। ਇੱਕ ਨੰਬਰ 2 ਤੇ ਜਿਹੜਾ ਇਨਫਰਾਸਟ੍ਰਕਚਰ ਇੱਥੇ ਕ੍ਰੀਏਟ ਕੀਤਾ ਗਿਆ ਪੰਜਾਬ ਦੇ ਵਿੱਚ, ਉਹ ਸਿਰਫ ਇਹੀ ਜਿਹੜਾ ਸੀਰੀਅਲਸ ਸੀਗੇ, ਜਿਹੜਾ ਇਹ ਅਨਾਜ ਸੀ, ਇਹਦੀ ਸਾਂਭ ਸੰਭਾਲ ਦਾ ਔਰ ਇਹਦੀ ਮਾਰਕੀਟਿੰਗ ਦਾ ਔਰ ਇਹਦਾ ਹੀ ਇਨਫਰਾਸਟ੍ਰਕਚਰ ਤਿਆਰ ਕੀਤਾ ਗਿਆ, ਦੂਸਰਾ ਇਨਫਰਾਸਟ੍ਰਕਚਰ ਤਿਆਰ ਨਹੀਂ ਕੀਤਾ ਗਿਆ। ਹੁਣ ਇਹ ਆਉਂਦਾ ਕਿ ਇਸ ਵੇਲੇ ਅਗਰ ਪੰਜਾਬ ਦੀ ਐਗਰੀਕਲਚਰ ਨੂੰ ਬਚਾਉਣਾ ਤਾਂ ਕੌਣ ਬਚਾ ਸਕਦਾ? ਨੰਬਰ 1, ਕੀ ਸਰਕਾਰਾਂ ਬਚਾਉਣਗੀਆਂ? ਜੀ ਸਪਸ਼ਟ ਸਾਨੂੰ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ ਉਹਦੇ ਵਿੱਚ ਇਹ ਦਿਖਾਈ ਦੇ ਰਿਹਾ ਕਿ ਸਰਕਾਰ ਜਿੰਨੀ ਕੁ ਜ਼ਿੰਮੇਵਾਰੀ ਚੱਕੀ ਹੋਈ ਸੀ ਉਹਨੂੰ ਵੀ ਆਪਣੇ ਗਲੋਂ ਲਾ ਕੇ ਕਾਰਪੋਰੇਟ ਦੇ ਜਾਂ ਮੰਡੀ ਦੇ ਉਹਦੇ ਵਿੱਚ ਸਿੱਟਣਾ ਚਾਹੁੰਦੀਆਂ ਨੇ ਕਿ ਭਾਈ ਅਸੀਂ ਨਹੀਂ ਇਹ ਕੰਮ ਕਰਨਾ, ਤੁਸੀਂ ਕਰੋ ਨਾ ਕਰੋ, ਤੁਸੀਂ ਜੋ ਕਰਨਾ ਕਰੋ। ਇਸ ਤਰ੍ਹਾਂ ਨਾਲ ਜਿਹੜੀ ਸਰਕਾਰ ਆ, ਚਾਹੇ ਉਹ ਪੰਜਾਬ ਸਰਕਾਰ ਆ, ਚਾਹੇ ਉਹ ਕੇਂਦਰ ਸਰਕਾਰ ਆ, ਉਹਨੇ ਹਮੇਸ਼ਾ ਹੀ ਆਪਣੀ ਰਿਸਪੌਂਸਿਬਿਲਿਟੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਆ। ਜਿਹੜੀ ਇੰਸਟੀਟਿਊਸ਼ਨਸ ਰਾਹੀਂ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ, ਪੰਜਾਬ ਦੀਆਂ ਮਤਲਬ ਪੋਲੀਟੀਕਲ ਧਿਰਾਂ ਨੇ ਜਾਂ ਬਿਊਰੋਕ੍ਰੇਸੀ ਨੇ ਉਹ ਸਾਰੀਆਂ ਇੰਸਟੀਟਿਊਸ਼ਨਸ, ਉਹ ਸਾਰਾ ਕੁਝ ਤਬਾਹ ਕਰਨ ਦਾ ਹੀ ਰੋਲ ਪਲੇ ਕੀਤਾ। ਹੁਣ ਦੂਸਰੀ ਗੱਲ, ਕੀ ਕਾਰਪੋਰੇਟ ਕਰੇਗਾ? ਕਾਰਪੋਰੇਟ ਦੀ ਸਿਚੁਏਸ਼ਨ ਇਹ ਆ ਕਿ ਕਾਰਪੋਰੇਟ ਦਾ ਇੱਕੋ ਹੀ ਇੱਕ ਇੰਟਰਸਟ ਹੁੰਦਾ, ਵੱਧ ਤੋਂ ਵੱਧ ਨਫਾ ਕਮਾਉਣਾ। ਸੋ ਕਾਰਪੋਰੇਟ ਤਾਂ ਅਗਰ ਜਿਹੜੀ ਪੰਜਾਬ ਇਸ ਵੇਲੇ ਸਥਿਤੀ ਦੇ ਵਿੱਚੋਂ ਲੰਘ ਰਿਹਾ, ਜਿਸ ਕ੍ਰਾਈਸਿਸ ਚੋਂ ਲੰਘ ਰਿਹਾ, ਉਹਨੂੰ ਡੀਪ ਕਰ ਸਕਦਾ, ਉਹਨੂੰ ਠੀਕ ਨਹੀਂ ਕਰ ਸਕਦਾ।
ਸੋ ਜਦੋਂ ਅਸੀਂ ਇਹ ਦੋਨੋਂ ਚੀਜ਼ਾਂ ਦੇਖ ਲਈਆਂ ਕਿ ਪੰਜਾਬ ਦੀ ਨਾ ਸਰਕਾਰ ਪੰਜਾਬ ਦੀਆਂ ਕੇਂਦਰ ਸਰਕਾਰ ਨਾ ਸਰਕਾਰਾਂ ਕਰ ਸਕਦੀਆਂ ਨੇ, ਨਾ ਕਾਰਪੋਰੇਟ ਕਰ ਸਕਦੇ ਨੇ, ਤਾਂ ਕੌਣ ਕਰੇਗਾ ਪੰਜਾਬ ਦਾ? ਤੇ ਉਹ ਕੀ ਹੋਏਗਾ ਜਿਹੜਾ ਪੰਜਾਬ ਦੇ ਲੋਕ ਕਰ ਸਕਦੇ ਨੇ? ਮੈਂ ਇਹਦੇ ਵਿੱਚ ਕਈ ਵਾਰ ਇਹ ਗੱਲ ਕਹਿ ਰਿਹਾ ਕਿ ਇਸ ਵੇਲੇ ਦੁਨੀਆ ਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਦੋ ਧਿਰਾਂ ਜਿਹੜੀਆਂ ਸਰਕਾਰਾਂ, ਜਿਹਨੂੰ ਅਸੀਂ ਸਟੇਟ ਕਹਿੰਦੇ ਆ, ਕਾਰਪੋਰੇਟ ਜਿਹਨੂੰ ਅਸੀਂ ਮਾਰਕੀਟ ਕਹਿੰਦੇ ਆ, ਮੰਡੀ ਕਹਿੰਦੇ ਆ, ਇਹਨਾਂ ਦੋਨਾਂ ਨੇ ਰਲ ਕੇ ਜਿਹੜੀਆਂ ਕਮਿਊਨਿਟੀ ਸੀ, ਜਿਹੜੀਆਂ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਸ ਨਹੀਂ, ਉਹਨਾਂ ਨੂੰ ਪਾੜੇ ਤੋਂ ਬਾਹਰ ਕਰ ਦਿੱਤਾ ਸੀ। ਮੈਂ ਸਮਝਦਾ ਕਿ ਅਗਰ ਕਮਿਊਨਿਟੀ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਬਹੁਤ ਹੱਦ ਤੱਕ ਨਹੀਂ, ਇਹਨਾਂ ਦੋਨਾਂ ਨਾਲੋਂ ਵਧੀਆ ਰੋਲ ਪਲੇ ਕਰਕੇ ਪੰਜਾਬ ਨੂੰ ਸਰਵਾਈਵਲ ਦੇ ਰਸਤੇ ਤੇ ਪਾਇਆ ਜਾ ਸਕਦਾ। ਫੋਰ ਐਗਜ਼ਾਮਪਲ ਕੀ ਹੋ ਸਕਦਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪੰਜਾਬ ਦਾ ਟੋਟਲ ਜਿਹੜਾ ਜੀਓਗ੍ਰਾਫੀਕਲ ਏਰੀਆ ਹੈਗਾ ਉਹਦਾ ਸਰਵੇ ਕਰਕੇ, ਉਹਦਾ ਐਗਰੀਕਲਚਰ ਦੀ ਉਹਦੇ ਉੱਥੋਂ ਦੀ ਦੇਖ ਕੇ ਉਹ ਇਹ ਡਿਸਾਈਡ ਕਰ ਚੁੱਕੇ ਨੇ, ਇਹ ਮਤਲਬ ਇਹ ਗੱਲ ਸਭ ਦੇ ਸਾਹਮਣੇ ਲਿਆ ਚੁੱਕੇ ਨੇ ਕਿ ਕਿਹੜੇ ਏਰੀਏ ਦੇ ਵਿੱਚ ਕਿਹੜੀਆਂ ਜਿਹੜੀਆਂ ਅਦਰ ਦੈਨ ਮਤਲਬ ਸੀਰੀਅਲ ਕ੍ਰੌਪਸ ਨੇ ਉਹ ਬਹੁਤ ਵਧੀਆ ਢੰਗ ਨਾਲ ਉਗਾਈਆਂ ਜਾ ਸਕਦੀਆਂ ਔਰ ਵਧੀਆ ਮੁਨਾਫਾ ਕਮਾ ਸਕਦੀਆਂ ਨੇ। ਸੋ ਇਹ ਜਿਹੜੇ ਨਿਚ ਏਰੀਆਜ਼ ਨੇ ਜਿਹੜੇ, ਇਹਨਾਂ ਦੇ ਵਿੱਚ ਕੋਈ ਅਰਾਊਂਡ 30-32 ਮਤਲਬ ਐਸੀਆਂ ਚੀਜ਼ਾਂ ਨੇ ਜਿਹੜੀਆਂ ਉਗਾ ਕੇ ਬਹੁਤ ਵਧੀਆ ਮੁਨਾਫਾ ਕਮਾਇਆ ਜਾ ਸਕਦਾ। ਪਰ ਸਿਚੁਏਸ਼ਨ ਕਿੱਥੇ ਆਉਂਦੀ ਆ? ਉਹਦੇ ਮੰਡੀਕਰਨ ਦੀ, ਤੇ ਉਹਦਾ ਮੰਡੀਕਰਨ ਕਿਵੇਂ ਕੀਤਾ ਜਾਵੇ, ਤੇ ਉਹ ਕਿਸਾਨਾਂ ਦਾ ਉਹਦੇ ਚੋਂ ਕਿਸਾਨਾਂ ਨੂੰ ਫਾਇਦਾ ਕਿਵੇਂ ਹੋਵੇ। ਹੁਣ ਇਹਦੇ ਵਿੱਚ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਕਿ ਐਗਰੀਕਲਚਰ ਦਾ ਪੰਜਾਬ ਦੇ ਵਿੱਚ ਦੁਖਾਂਤ ਇਹ ਆ ਕਿ ਐਗਰੀਕਲਚਰ ਨੂੰ ਬਹੁਤ ਹੀ ਸੀਮਤ ਢੰਗ ਨਾਲ ਡਿਫਾਈਨ ਕੀਤਾ ਗਿਆ। ਐਗਰੀਕਲਚਰ ਨੂੰ ਬਹੁਤ ਹੀ ਇੱਕ ਨੈਰੋ ਢੰਗ ਨਾਲ ਡਿਫਾਈਨ ਕੀਤਾ ਗਿਆ। ਜਦੋਂ ਅਸੀਂ ਦੇਖਦੇ ਹਾਂ ਕਿ ਲਾਈਟ ਦਾ ਸਪੈਕਟਰਮ ਬਹੁਤ ਵੱਡਾ ਹੁੰਦਾ, ਉਹਦੇ ਵਿੱਚ ਇਨਫਰਾਰੈਡ, ਅਲਟਰਾ ਵਾਇਲਟ ਬਹੁਤ ਕੁਝ ਹੁੰਦਾ, ਔਰ ਉਹਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਵਿਜ਼ੀਬਲ ਲਾਈਟ। ਇਸੇ ਤਰ੍ਹਾਂ ਨਾਲ ਐਗਰੀਕਲਚਰ ਦਾ ਜਿਹੜਾ ਇੱਕ ਬਹੁਤ ਵਿਸ਼ਾਲ ਜਿਹੜਾ ਇੱਕ ਸਪੈਕਟਰਮ ਸੀ, ਉਹਦੇ ਵਿੱਚੋਂ ਬਹੁਤ ਛੋਟਾ ਜਿਹਾ ਜਿਹੜਾ ਏਰੀਆ ਸੀ ਜਿਹਦੇ 'ਚ ਬਹੁਤ ਘੱਟ ਜਿੱਥੋਂ ਆਮਦਨ ਪ੍ਰਾਪਤ ਹੁੰਦੀ ਸੀ, ਉਹਨੂੰ ਅਸੀਂ ਕਹਿੰਦੇ ਹਾਂ ਕਲਟੀਵੇਸ਼ਨ, ਫਸਲਾਂ ਦਾ ਉਤਪਾਦਨ। ਤੇ ਉਹਦੇ ਵਿੱਚ ਜਿਹੜੀਆਂ ਪ੍ਰੀ ਸੋਇੰਗ ਤੇ ਆਫਟਰ ਜਦੋਂ ਅਸੀਂ ਹਾਰਵੈਸਟਿੰਗ ਨੇ, ਜਿਹੜੀਆਂ ਪੋਸਟ ਹਾਰਵੈਸਟਿੰਗ 'ਚ ਜਿੰਨਾ ਕੁਛ ਹੈ ਜਿਹੜਾ ਕਿ ਮੇਨ ਪ੍ਰਮੁੱਖ ਤੌਰ ਤੇ ਮੁਨਾਫੇ ਦਾ ਸਾਧਨ ਆ, ਉਹ ਅਸੀਂ ਪਹਿਲਾਂ ਹੀ ਸਰਕਾਰ ਨੂੰ ਜਾਂ ਕਾਰਪੋਰੇਟ ਨੂੰ ਦਿੱਤਾ ਹੋਇਆ। ਸਾਡੇ ਕੋਲ ਸਿਰਫ ਉਹੀ ਹਿੱਸਾ ਸੀ ਐਗਰੀਕਲਚਰ ਦਾ ਜਿਹੜਾ ਹਿੱਸਾ ਬਹੁਤ ਹੀ ਰਿਸਕੀ ਸੀ। ਮੀਂਹ ਆ ਗਿਆ, ਹਨੇਰੀ ਆ ਗਈ, ਕੁਝ ਵੀ ਆ ਗਿਆ, ਫਸਲ ਤਬਾਹ ਹੋ ਗਈ, ਜਾਂ ਜਿਹਦੇ ਤੇ ਬਹੁਤ ਸਾਰੀਆਂ ਕਾਸਟ ਸੀਗੀਆਂ, ਬਹੁਤ ਕੁਛ ਜਿਹਦੇ ਤੇ ਫਾਰਮਰ ਦਾ ਲੱਗਦਾ ਸੀ। ਸੋ ਜਿਹੜਾ ਐਗਰੀਕਲਚਰ ਦਾ ਬਹੁਤ ਹਿੱਸਾ ਜਿੱਥੋਂ ਮੁਨਾਫਾ ਮਿਲਣਾ ਸੀ, ਜਿੱਥੋਂ ਜਿਹੜੇ ਆਪਣਾ ਐਗਰੀਕਲਚਰਿਸਟ ਦਾ ਜਿਹੜਾ ਕਿਸਾਨ ਸੀ ਉਹਦੀ ਆਮਦਨ ਨੇ ਵਧਣਾ ਸੀ, ਉਹ ਪਹਿਲਾਂ ਹੀ ਕਦੋਂ ਦਾ ਆਪਾਂ ਐਗਰੀਕਲਚਰ ਚੋਂ ਬਾਹਰ ਕੱਢ ਕੇ ਸਟੇਟ ਨੂੰ ਤੇ ਕਾਰਪੋਰੇਟ ਨੂੰ ਦਿੱਤਾ ਹੋਇਆ। ਹੁਣ ਮਤਲਬ ਕਹਾਣੀ ਆਉਂਦੀ ਆ ਕਿ ਕੀ ਉਹਨੂੰ ਰਿਵਾਈਵ ਕੀਤਾ ਜਾ ਸਕਦਾ? ਜੇਕਰ ਰਿਵਾਈਵ ਕੀਤਾ ਜਾ ਸਕਦਾ ਤਾਂ ਹੁਣ ਤੱਕ ਕਿਉਂ ਨਹੀਂ ਸੀ ਕੀਤਾ? ਉਹਦਾ ਕਾਰਨ ਇਹ ਆ ਕਿ ਜਿੱਥੋਂ ਤੱਕ ਪ੍ਰੋਸੈਸਿੰਗ ਦਾ ਸਵਾਲ ਆ, ਸਭ ਤੋਂ ਪਹਿਲਾਂ ਜਿਹੜੀ ਆਮਦਨ ਦੇ ਵਿੱਚ ਚੀਜ਼ ਆਉਂਦੀ ਆ ਕਿਸਾਨਾਂ ਦੀ ਕ੍ਰੌਪਸ ਤੋਂ ਬਾਅਦ, ਉਹ ਹੈਗੀ ਆ ਵੈਲਿਊ ਐਡੀਸ਼ਨ, ਜਿਹਨੂੰ ਅਸੀਂ ਪ੍ਰੋਸੈਸਿੰਗ ਕਹਿੰਦੇ ਆ। ਹੁਣ ਤੱਕ ਕੀ ਸੀਗਾ? ਪ੍ਰੋਸੈਸਿੰਗ ਤਾਂ ਹੀ ਪੋਸੀਬਲ ਸੀ ਜੇ ਬਹੁਤ ਵੱਡੀਆਂ ਮਤਲਬ ਪ੍ਰੋਸੈਸਿੰਗ ਯੂਨਿਟਸ ਲੱਗਦੇ ਨੇ, ਮਿੱਲਾਂ ਲੱਗਦੀਆਂ ਨੇ ਬਹੁਤ ਵੱਡੇ, ਉਹ ਕਾਰਪੋਰੇਟ ਲਾ ਸਕਦਾ ਸੀ ਜਾਂ ਸਰਕਾਰਾਂ ਲਾ ਸਕਦੀਆਂ ਸੀ। ਪਰ ਪਿਛਲੇ ਟਾਈਮ ਦੇ ਵਿੱਚ 5-7-10 ਸਾਲਾਂ ਦੇ ਵਿੱਚ, 10 ਸਾਲਾਂ ਨਹੀਂ, ਇਦੋਂ ਘੱਟ ਟਾਈਮ ਦੇ ਵਿੱਚ, 5-4 ਸਾਲ 'ਚ ਜਾਂ 2-3 ਸਾਲ ਦੇ ਵਿੱਚ ਐਸੀ ਟੈਕਨੋਲੋਜੀ ਆ ਚੁੱਕੀ ਆ ਜਿਹੜੀ ਘਰ ਦੀ ਪੱਧਰ ਤੇ, ਹਾਊਸ ਹੋਲਡ ਦੀ ਪੱਧਰ ਤੇ, ਜਾਂ ਨੇਬਰਹੁੱਡ ਦੀ ਪੱਧਰ ਤੇ, ਜਾਂ ਪਿੰਡ ਦੀ ਪੱਧਰ ਦੇ ਉੱਤੇ, ਚਾਹੇ ਉਹ ਵੈਟ ਆ ਤੇ ਚਾਹੇ ਉਹ ਡਰਾਈ ਆ, ਉਹ ਪ੍ਰੋਸੈਸਿੰਗ ਕਰ ਸਕਦੇ ਨੇ। ਹੁਣ ਇਹਦਾ ਮਤਲਬ ਇਹ ਆ ਕਿ ਤੁਸੀਂ ਜੇ ਫਸਲ ਉਗਾ ਸਕਦਾ ਕਿਸਾਨ ਤੇ ਘਰ 'ਚ ਬੈਠੀਆਂ ਜਿਹੜੀਆਂ ਲੇਡੀਜ਼ ਨੇ ਉਹ ਸੇਵੀਆਂ ਵੱਟ ਸਕਦੀਆਂ ਨੇ, ਤਾਂ ਪ੍ਰੋਸੈਸਿੰਗ ਦਾ ਬਹੁਤ ਸਾਰਾ ਕੰਮ ਨਵੀਂ ਟੈਕਨੋਲੋਜੀ ਦੇ ਨਾਲ, ਜਿਹੜੀ ਕਿ ਪਿਛਲੇ ਟਾਈਮਸ ਦੇ ਵਿੱਚ ਵਿਕਸਿਤ ਹੋ ਚੁੱਕੀ ਆ। ਬਹੁਤ ਹੱਦ ਤੱਕ ਯੂਨੀਵਰਸਿਟੀਜ਼ ਨੇ, ਇੰਡੀਆ ਦੀਆਂ ਯੂਨੀਵਰਸਿਟੀਜ਼ ਨੇ, ਪਾਰਟੀਕੂਲਰਲੀ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਨੇ ਵੀ, ਜਾਂ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਚਾਈਨਾ ਤੋਂ ਸਾਡੇ ਲੋਕਾਂ ਨੂੰ ਅਵੇਲੇਬਲ ਆ, ਜਾਂ ਉਹ ਸਾਰੇ ਕਾਸੇ ਨੂੰ ਪੰਜਾਬ ਦੇ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਪਹਿਲੀ ਮਸ਼ੀਨਰੀ ਤਿਆਰ ਕੀਤੀ ਸੀ, ਪੰਜਾਬ ਦੇ ਜਿਹੜੇ ਮਿਸਤਰੀ ਨੇ, ਉਹਨਾਂ ਨੂੰ ਲਾ ਕੇ ਉਹ ਟੈਕਨੋਲੋਜੀ ਈਜ਼ੀਲੀ ਡਿਵੈਲਪ ਕੀਤੀ ਜਾ ਸਕਦੀ ਹੈ। ਔਰ ਹਰ ਘਰ ਇਹ ਇਨਸ਼ੋਰ ਕਰ ਸਕਦਾ, ਹਰ ਪਿੰਡ ਇਨਸ਼ੋਰ ਕਰ ਸਕਦਾ ਕਿ ਸਾਡੇ ਪਿੰਡ 'ਚੋਂ ਕੋਈ ਵੀ ਜਿਣਸ ਬਿਨਾਂ ਪ੍ਰੋਸੈਸ ਹੋਇਆ ਨਹੀਂ ਨਿਕਲੇਗੀ। ਇਹਦਾ ਮਤਲਬ ਸਿੱਧੇ ਤੌਰ ਤੇ ਅਸੀਂ ਪੰਜਾਬ ਦੀ ਉਸੇ ਜਿਣਸ ਦੀ ਜਿਹੜੀ ਰੁਲਦੀ ਸੀ 2-3 ਗੁਣਾ ਕੀਮਤ ਵਧਾ ਸਕਦੇ ਹਾਂ, ਫਾਰਮਰਸ ਨੂੰ ਆਮਦਨ ਦਵਾ ਸਕਦੇ ਹਾਂ। ਸੋ ਪਹਿਲਾਂ ਤਾਂ ਕਹਾਣੀ ਇਹ ਹੋਗੀ ਕਿ
ਉਹਦੀ ਪ੍ਰੋਸੈਸਿੰਗ ਆ ਜਿਹੜੀ ਉਹ ਪਿੰਡ ਦੀ ਪੱਧਰ ਤੇ ਜਾਂ ਹਾਊਸਹੋਲਡ ਦੀ ਪੱਧਰ ਤੇ ਜਾਂ ਨੇਬਰਹੁੱਡ ਦੀ ਪੱਧਰ ਦੇ ਉੱਤੇ ਹੋਵੇ, ਫਿਰ ਤੁਸੀਂ ਪੁੱਛੋ ਬਹੁਤ ਵੱਡਾ ਸਵਾਲ ਆ ਕਿ ਉਹ ਵਿਕੇਗੀ ਕਿਵੇਂ। ਹੁਣ ਦੂਸਰਾ ਜਿਹੜਾ ਇਹਦੇ ਵਿੱਚ ਵੱਡਾ ਸਵਾਲ ਹੈ ਉਹ ਹੈਗਾ ਮਾਰਕੀਟ ਇੰਟੈਲੀਜੈਂਸ ਦਾ, ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਕਿਹੜੀ ਚੀਜ਼ ਕਿੱਥੇ ਇਸ ਵੇਲੇ ਵਧੀਆ ਢੰਗ ਨਾਲ ਵਿਕ ਰਹੀ ਆ। ਇਹ ਮਾਰਕੀਟ ਇੰਟੈਲੀਜੈਂਸ ਦਾ ਜਿਹੜਾ ਕੰਮ ਆ 1 ਸਾਲ ਤੋਂ ਪਹਿਲਾਂ ਵੀ 2 ਸਾਲ ਤੋਂ ਪਹਿਲਾਂ ਇਹ ਵੀ ਪੋਸੀਬਲ ਨਹੀਂ ਸੀ, ਕਿਉਂਕਿ ਉਹੋ ਜਿਹੇ ਪਲੇਟਫਾਰਮ ਅਵੇਲੇਬਲ ਹੀ ਨਹੀਂ ਸੀਗੇ ਜਿਹਦੇ ਰਾਹੀਂ ਮਾਰਕੀਟ ਇੰਟੈਲੀਜੈਂਸ ਸੰਭਵ ਹੋ ਸਕੇ। ਪੰਜਾਬ ਗਵਰਨਮੈਂਟ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪੰਜਾਬ ਗਵਰਨਮੈਂਟ ਨੇ ਪਿੱਛੇ ਇੱਕ ਛੋਟੀ ਜਿਹੀ ਐਫਰਟ ਇੱਕ ਅੱਧੀ ਮੀਟਿੰਗ ਦੇ ਰੂਪ ਦੇ ਵਿੱਚ ਹੀ ਕੀਤੀ ਸੀ ਕਿ ਕੀ ਅਸੀਂ ਪੰਜਾਬ ਦੇ ਵਿੱਚ ਇਸ ਕਿਸਮ ਦੀ ਮਾਰਕੀਟ ਇੰਟੈਲੀਜੈਂਸ, ਸਾਡੀ ਐਗਰੀਕਲਚਰ ਮਾਰਕੀਟ ਇੰਟੈਲੀਜੈਂਸ ਆ, ਉਹਦਾ ਕੰਮ ਕਰ ਸਕਦੇ ਹਾਂ। ਔਰ ਮਤਲਬ ਸਾਰੇ ਇਸ ਗੱਲ ਤੇ ਪਹੁੰਚੇ ਸੀ ਕਿ ਹਾਂ ਬਹੁਤ ਸੌਖੀ ਤਰ੍ਹਾਂ ਨਾਲ ਕੀਤਾ ਜਾ ਸਕਦਾ, ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਬਿਊਰੋਕ੍ਰੇਸੀ ਦਾ ਹਮੇਸ਼ਾ ਇਹੀ ਰਹਿੰਦੀ ਆ ਕਿ ਕਿਤੇ ਕੋਈ ਨਵੀਂ ਕ੍ਰੀਏਟਿਵ ਡਿਸਰਪਸ਼ਨ ਨਾ ਜਾਵੇ ਜਿਹਦੇ ਨਾਲ ਉਹਨਾਂ ਨੂੰ ਕਿਸੇ ਕਿਸਮ ਦਾ ਮਤਲਬ ਜਿਹੜਾ ਸਟੇਟਸ ਕੋ ਆ ਉਹ ਤਬਦੀਲ ਕਰਨਾ ਪੈ ਜਾਵੇ ਤੇ ਉਹਨਾਂ ਦਾ ਜਿਹੜੀ ਆਰਾਮਦਾਇਕ ਵਧੀਆ ਜ਼ਿੰਦਗੀ ਉਹ ਜੀ ਰਹੇ ਨੇ ਉਹਦੇ ਵਿੱਚ ਕੋਈ ਖਲਬਲ ਨਾ ਹੋਵੇ। ਸੋ ਮਤਲਬ ਇਹੋ ਜਿਹੀਆਂ ਜਿੰਨੀਆਂ ਚੀਜ਼ਾਂ ਨੇ ਇਹ ਵੀ ਖਤਮ ਕਰ ਦਈਏ। ਤੀਸਰੀ ਚੀਜ਼ ਆ ਜਿਹੜੀ ਮਾਰਕੀਟ ਇੰਟੈਲੀਜੈਂਸ ਤੋਂ ਬਾਅਦ ਇਹਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ। ਉਹਦੇ ਲਈ ਫਿਰ ਅਗੇਨ ਮਤਲਬ ਸਾਡੇ ਕੋਲ ਅਸੀਂ ਬਹੁਤ ਦੇਖ ਰਹੇ ਹਾਂ ਕਿ ਪੰਜਾਬ ਦੇ ਜਿੰਨੇ ਟੈਕਸੀ ਡਰਾਈਵਰ ਸੀਗੇ ਉਹ ਟੈਕਸੀ ਡਰਾਈਵਰਾਂ ਨੂੰ ਓਲਾ ਨੇ ਇਹ ਸਹੂਲਤ ਪੈਦਾ ਕਰ ਦਿੱਤੀ ਕਿ ਜਿਹੜਾ ਜਿਹਨੇ ਕਿਤੇ ਸਵਾਰੀ ਆ ਉਹਨੂੰ ਟੈਕਸੀ ਚਾਹੀਦੀ ਆ, ਜਿਹੜਾ ਟੈਕਸੀ ਵਾਲਾ ਉਹਨੂੰ ਸਵਾਰੀ ਚਾਹੀਦੀ ਆ, ਉਹਨਾਂ ਨੇ ਇੱਕ ਪਲੇਟਫਾਰਮ ਖੜਾ ਕਰਕੇ ਓਲਾ ਦਾ ਜਾਂ ਉਬਰ ਦਾ ਇਹ ਸਾਰਿਆਂ ਨੂੰ ਸਹੂਲਤ ਪੈਦਾ ਕਰ ਦਿੱਤੀ। ਕਿ ਇਹ ਸਹੂਲਤ ਬਹੁਤ ਸੌਖੀ ਤਰ੍ਹਾਂ ਨਾਲ, ਉਦੋਂ ਵੀ ਸੌਖੀ ਤਰ੍ਹਾਂ ਨਾਲ ਐਗਰੀਕਲਚਰ 'ਚ ਨਹੀਂ ਪੈਦਾ ਕੀਤੀ ਜਾ ਸਕਦੀ। ਇਹ ਸਾਰਾ ਕੁਝ ਹੋਇਆ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਆਲਰੇਡੀ ਹੋ ਚੁੱਕੀਆਂ ਨੇ। ਸਿਰਫ ਪੰਜਾਬ ਗਵਰਨਮੈਂਟ ਨੇ ਇਹ ਡਿਸੀਜਨ ਲੈਣਾ, ਭਾਈ ਅਸੀਂ ਆਪਣਾ ਪੁਰਾਣਾ ਏਜੰਡਾ ਛੱਡ ਕੇ ਪੰਜਾਬ ਦੀ ਵੈਲਫੇਅਰ ਦਾ ਏਜੰਡਾ ਲੈ ਲਾਂਗੇ ਔਖੇ ਸੌਖੇ ਚ। ਇਹੀ ਇਹਨਾਂ ਨੇ ਕਹਿਣਾ ਕਿ ਹਾਂ ਅਸੀਂ ਪੰਜਾਬ ਦੇ ਹੋਰ ਬਹੁਤ ਸਾਰੀਆਂ ਗੱਲਾਂ ਕਰਨ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਵੀ ਸੋਚ ਸਕਦੇ ਹਾਂ, ਸੋਚਣਾ ਸ਼ੁਰੂ ਕਰ ਦਾਂਗੇ, ਇੰਨਾ ਹੀ ਕਹਿਣਾ। ਔਰ ਇਹ ਗੱਲ ਤੁਸੀਂ ਦੇਖੋ ਫਿਰ ਤੁਸੀਂ ਕਹੋਗੇ ਕਿ ਕੀ ਇਹ ਸਾਰਾ ਜਿਹੜਾ ਚੀਜ਼ ਹੈਗੀ ਆ ਕਿ ਬਹੁਤ ਵੱਡੇ ਜਿਹੜੀਆਂ ਕਾਰਪੋਰੇਟ ਸੈਕਟਰ ਆ ਉਹਨੂੰ ਸਧਾਰਨ ਪਿੰਡਾਂ ਦੇ ਲੋਕ ਮਤਲਬ ਕੰਪੀਟ ਕਰ ਲੈਣਗੇ। ਦੇਖੋ ਇਸ ਵੇਲੇ ਸਭ ਤੋਂ ਵੱਡੀ ਇਹਦੀ ਜਿਹੜੀ ਉਦਾਹਰਨ ਹੈਗੀ ਉਹ ਤੁਸੀਂ ਹਮੇਸ਼ਾ ਹੀ ਉਹਨੂੰ ਵਰਤਦੇ ਹੋਵੋਗੇ, ਵਿਕੀਪੀਡੀਆ ਆਮ ਲੋਕ ਨੇ ਜਿਹੜੇ ਲਿਖਣ ਪੜ੍ਹਨ ਵਾਲੇ ਉਹਨਾਂ ਦਾ ਤਿਆਰ ਕੀਤਾ ਹੋਇਆ ਐਨਸਾਈਕਲੋਪੀਡੀਆ। ਉਹਦੇ ਮੁਕਾਬਲੇ ਵਿੱਚ ਕਾਰਪੋਰੇਟ ਨੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਰਗੀਆਂ ਬਹੁਤ ਚੀਜ਼ਾਂ ਪੈਦਾ ਕੀਤੀਆਂ ਜਿਹੜੀਆਂ $1 ਬਿਲੀਅਨ ਦਾ ਬਿਜ਼ਨਸ ਕਰਦੀਆਂ ਸੀ। ਪਰ ਅੱਜ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਜਾਂ ਉਹ ਸਾਰੇ ਐਨਸਾਈਕਲੋਪੀਡੀਆ ਇੱਕ ਜਿਹੜਾ ਹੈਗਾ ਵਿਕੀਪੀਡੀਆ ਉਹਦੇ ਸਾਹਮਣੇ ਟਿਕ ਨਹੀਂ ਸਕਦੇ ਕਿਉਂਕਿ ਉਹ ਮਾਰਜਨਲ ਕਾਸਟ 0 ਦੇ ਉੱਤੇ ਕੰਮ ਕਰ ਰਿਹਾ। ਸਿਮਿਲਰਲੀ ਜਿਹੜੇ ਜਦੋਂ ਅਸੀਂ ਇਸ ਕਿਸਮ ਦਾ ਇੱਕ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਪੰਜਾਬ ਦੇ ਵਿੱਚ ਤਾਂ ਸਰਟਨਲੀ ਨਾ ਕਾਰਪੋਰੇਟ ਨਾ ਸਰਕਾਰਾਂ ਉਹਦਾ ਮੁਕਾਬਲਾ ਨਹੀਂ ਕਰ ਸਕਦੀਆਂ। ਔਰ ਪੰਜਾਬ ਦੇ ਕਿਸਾਨਾਂ ਦੀ ਬਹੁਤ ਸੌਖੀ ਤਰ੍ਹਾਂ ਨਾਲ, ਬਹੁਤ ਸੌਖੀ ਤਰ੍ਹਾਂ ਨਾਲ ਵਿਦਿਨ 5 years ਜਿਹੜੀ ਇਨਕਮ ਆ ਉਹ 2 times ਨਹੀਂ 4-5 times ਵਧਾਈ ਜਾ ਸਕਦੀ ਆ। ਜਿਹਦੇ ਲਈ ਸਾਰੀ ਟੈਕਨੋਲੋਜੀ, ਸਾਰੀਆਂ ਸੁਵਿਧਾਵਾਂ, ਸਾਰਾ ਇਨਫਰਾਸਟ੍ਰਕਚਰ ਦੁਨੀਆ ਦੇ ਵਿੱਚ ਪਹਿਲਾਂ ਹੀ ਮੌਜੂਦ ਆ, ਉਹਨੂੰ ਇੱਥੇ ਪਲੇਸ ਕਰਨ ਦੀ ਜ਼ਰੂਰਤ। ਇੱਕ ਤਾਂ ਮਤਲਬ ਇੱਕ ਮੈਂ ਸਿਰਫ ਉਦਾਹਰਨ ਦਿੱਤੀ ਹੈ ਇਹ। ਤੇ ਦੂਸਰੀਆਂ ਮਤਲਬ ਆਪਾਂ ਜਦੋਂ ਇਸ ਦਿਸ਼ਾ ਦੇ, ਹੁਣ ਮੈਂ ਤੈਨੂੰ ਹੋਰ ਇੱਕ ਗੱਲ ਦੱਸਦਾ ਕਿਵੇਂ ਲੋਕਾਂ ਦਾ ਹੋ ਸਕਦਾ। ਇਸ ਵੇਲੇ ਸਭ ਤੋਂ ਵੱਧ ਅਗਰ ਕੋਈ ਚੀਜ਼ ਐਗਰੀਕਲਚਰ ਨੂੰ ਖਰਾਬ ਕਰ ਰਹੀ ਆ, ਉਹਦੀ ਮਤਲਬ ਉਹਦੇ ਨਾਲ এনवायरमेंट ਨੂੰ ਖਰਾਬ ਕਰ ਰਹੀ ਆ ਜਾਂ ਇੰਡਸਟਰੀ ਦੇ ਲੈਵਲ ਤੇ, ਉਹ ਹੈਗਾ ਸਾਡੀਆਂ ਫੋਸਲ ਫਿਊਲਸ ਜਿਹਨੂੰ ਅਸੀਂ ਕਹਿੰਦੇ ਆ ਤੇਲ, ਕੋਲਾ। ਤੇ ਅਸੀਂ ਬਿਜਲੀ ਇਹਦੇ ਨਾਲ ਹਰ ਚੀਜ਼ ਲਈ ਸਾਨੂੰ એનર્ਜੀ ਦੀ ਲੋੜ ਪੈਂਦੀ ਆ, ਚਾਹੇ ਅਸੀਂ ਇੰਡਸਟਰੀ ਚਲਾਉਣੀ ਆ ਚਾਹੇ ਅਸੀਂ ਐਗਰੀਕਲਚਰ ਚਲਾਉਣਾ। ਸਾਡੀ ਹੁਣ ਤੱਕ ਦੀ ਸਾਰੀ ਜਿਹੜੀ ਇਹ ਚੀਜ਼ ਆ ਇਹ ਡਿਪੈਂਡ ਕਰ ਰਹੀ ਸੀ ਆਪਣੀ ਇਹ ਜਿਹੜੀ ਜਿਹਨੂੰ ਅਸੀਂ ਕਹਾਂਗੇ ਫੋਸਲ ਫਿਊਲ ਦੇ ਉੱਤੇ, ਕੋਲੇ ਦੇ ਉੱਤੇ ਜਾਂ ਨੈਚੁਰਲ ਗੈਸਿਸ ਦੇ ਉੱਤੇ, ਡੀਜ਼ਲ ਪੈਟਰੋਲ ਦੇ ਉੱਤੇ। ਪਰ ਹੁਣ ਇੰਨਾ ਸੌਖਾ ਹੋ ਗਿਆ ਕਿ ਹਰ ਘਰ, ਹਰ ਫੈਕਟਰੀ, ਹਰ ਇੰਸਟੀਟਿਊਸ਼ਨ ਆਪਣੀਆਂ ਛੱਤਾਂ ਦੇ ਉੱਤੇ ਸੋਲਰ ਪੈਨਲ ਲਾ ਸਕਦਾ। ਔਰ ਉਹ ਜਿਹੜੇ ਵੱਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿ ਬਹੁਤ ਵੱਡੇ ਜਿਹੜੇ ਬਿਜਲੀ ਪੈਦਾ ਕਰਨ ਵਾਲੇ ਪ੍ਰੋਜੈਕਟਸ ਨੇ, ਚਾਹੇ ਉਹ ਥਰਮਲ ਪਲਾਂਟ ਨੇ ਚਾਹੇ ਉਹ ਦੂਸਰੇ ਗੈਸ ਤੇ ਚੱਲਣ ਵਾਲੇ ਪਲਾਂਟ ਨੇ, ਉਹਨਾਂ ਦੀ ਥਾਂ ਜਿਹੜੇ ਕਿ ਇੱਕੋ ਪਾਸੇ ਚੱਲਦੇ ਸੀ, ਕਾਰਪੋਰੇਟ ਘਰਾਣਿਆਂ ਤੋਂ ਲੋਕਾਂ ਦੇ ਘਰਾਂ ਤੱਕ ਜਾਂ ਫੈਕਟਰੀਆਂ ਤੱਕ ਬਿਜਲੀ ਸਪਲਾਈ ਕਰਦੇ ਸੀ, ਉਹਦੇ ਉਲਟ ਹੁਣ ਇਹ ਬਹੁਤ ਪੋਸੀਬਲ ਆ। ਔਰ ਇਹ ਹੋ ਰਿਹਾ, ਸਿਰਫ ਇਨਕਰੇਜ ਕਰਨ ਦੀ ਲੋੜ ਆ ਕਿ ਹਰ ਘਰ ਆਪਣੇ ਘਰੇ ਇੱਕ ਮਤਲਬ ਪ੍ਰੋਡਕਸ਼ਨ ਦਾ ਯੂਨਿਟ ਲਾ ਲਵੇ।
ਚਾਹੇ ਉਹ ਮਤਲਬ 2 ਪੈਨਲ ਲਾ ਲਵੇ, ਇਹਦੇ ਨਾਲ ਕੀ ਆ ਕਿ ਜਿਹੜਾ ਫਲੋ ਆ એનર્ਜੀ ਦਾ ਉਹ ਆਮ ਘਰਾਂ ਤੋਂ, ਆਮ ਲੋਕਾਂ ਤੋਂ ਦੂਸਰੇ ਪਾਸੇ ਨੂੰ ਚੱਲਣਾ ਸ਼ੁਰੂ ਹੋ ਜਾਏਗਾ। ਹਰ ਘਰ ਬਿਜਲੀ ਮੁਫਤ ਕਰਨ ਦੇ ਨਾਲ ਨਾਲ ਆਪਣੀ ਜਿਹੜੀ ਇਹਨੂੰ ਸੇਲ ਵੀ ਕਰ ਸਕਦਾ। ਇਹਦੇ ਨਾਲ ਕੀ ਹੋ ਰਿਹਾ ਕਿ ਜਿੱਥੇ ਇੱਕ ਪਾਸੇ ਲੋਕਾਂ ਦੀ ਆਮਦਨ ਵਧੇਗੀ, ਉਹਦੇ ਦੇ ਨਾਲ ਨਾਲ ਜਿਹੜਾ ਪੰਜਾਬ ਦਾ ਇਕਨੋਮਿਕ ਤੇ ਪੋਲੀਟੀਕਲ ਸਟਰਕਚਰ ਆ ਉਹ ਵੀ ਚੇਂਜ ਹੋਏਗਾ। ਜਿਵੇਂ ਕਿ ਕਿਸੇ ਵੇਲੇ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀਆਂ ਵੱਡੀਆਂ ਜ਼ਮੀਨ ਜਾਇਦਾਦਾਂ ਸੀ, ਬੰਦਾ ਬਹਾਦਰ ਨੇ ਉਹ ਆਮ ਲੋਕਾਂ 'ਚ ਵੰਡ ਦਿੱਤੀਆਂ ਸੀ। ਇਹ ਉੱਦਾਂ ਵੱਡਾ ਐਕਸ਼ਨ ਹੋਏਗਾ ਪੰਜਾਬ ਸਰਕਾਰ ਦਾ ਅਗਰ ਉਹ ਇਸ ਪ੍ਰੋਜੈਕਟ ਨੂੰ ਸਿਰੇ ਲਾ ਲੈਣ ਔਰ ਪੰਜਾਬ ਦੀ એનર્ਜੀ ਦਾ ਫਲੋ ਆ ਉਹ ਆਮ ਲੋਕਾਂ ਤੋਂ ਵੱਡੇ ਲੋਕਾਂ ਵੱਲ ਹੋਣਾ ਸ਼ੁਰੂ ਹੋ ਜਾਵੇਗਾ। ਸੋ ਇਹ ਇੱਕ ਮੈਂ ਸਮਝਦਾ ਇਹ ਤਾਂ ਪੋਸੀਬਲ ਆ ਜੇ ਅਸੀਂ ਇਹਦੇ ਨਾਲ ਇੱਕ ਬਹੁਤ ਵੱਡੇ ਸਕੇਲ ਦੇ ਉੱਤੇ ਜਿਹੜਾ ਕਿ ਆਲਰੇਡੀ ਅਵੇਲੇਬਲ ਇਨਫਰਾਸਟ੍ਰਕਚਰ ਹੈਗਾ, ਜਿਹਨੂੰ ਅਸੀਂ ਕਹਿੰਦੇ ਆ ਕਿ ਇੰਟਰਨੈਟ ਆਫ ਥਿੰਗਸ, ਮਤਲਬ ਹੁਣ ਮਤਲਬ ਉਹ ਆ ਗਈ ਆ 5G ਜਾਂ ਇਹ ਸਾਰਾ ਕੁਝ, ਕਿ ਅਸੀਂ ਇਹ ਜਿਹੜੀ એનર્ਜੀ ਦਾ ਫਲੋ ਆ ਇਹਦੇ ਰਾਹੀਂ ਇਹਨੂੰ ਜਿਹੜੇ ਕੈਲਕੂਲੇਟ ਕਰਕੇ ਕਿਹਦਾ ਕਿੰਨਾ ਹੋਇਆ, ਕਿੰਨਾ, ਉਹ ਸਾਰਾ ਕੁਝ ਇਸ ਡਾਇਰੈਕਸ਼ਨ 'ਚ ਲਿਆ ਸਕਦੇ ਹਾਂ। ਔਰ ਅਸੀਂ ਦੇਖ ਹੀ ਰਹੇ ਹਾਂ ਕਿ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਉਹ ਕਾਰਾਂ ਆਉਣ ਵਾਲੀਆਂ ਨੇ ਜਿਹੜੀਆਂ ਬਿਜਲੀ ਤੇ ਚੱਲਣੀਆਂ ਨੇ। ਔਰ ਹੁਣ ਤੱਕ ਜਿਹੜਾ ਅਸੀਂ ਕਾਰਾਂ ਚਲਾਉਣਾ ਮੁਸ਼ਕਲ ਹੋ ਗਿਆ ਸੀ, ਟਰੈਕਟਰ ਚਲਾਉਣੇ ਮੁਸ਼ਕਲ ਹੋ ਗਏ ਸੀ, ਬੱਸਾਂ ਚਲਾਉਣੀਆਂ ਮੁਸ਼ਕਲ ਹੋ ਗਈਆਂ ਸੀ, ਉਹ ਸਾਰੀਆਂ ਮੁਫਤ ਚੱਲ ਸਕਦੀਆਂ ਨੇ ਜੇ ਅਸੀਂ ਇਸ ਡਾਇਰੈਕਸ਼ਨ ਦੇ ਵਿੱਚ ਧਿਆਨ ਦਈਏ। ਸੋ ਇੱਕ ਨਹੀਂ, ਮੈਂ ਕਹਿੰਦਾ ਹਜ਼ਾਰਾਂ ਚੀਜ਼ਾਂ ਪੋਸੀਬਲ ਪਈਆਂ ਨੇ ਇਸ ਵੇਲੇ ਦੁਨੀਆ ਨੇ ਸਾਡੇ ਸਾਹਮਣੇ ਰੱਖੀਆਂ ਹੋਈਆਂ ਨੇ, ਜਿਨ੍ਹਾਂ ਨੂੰ ਅਸੀਂ ਆਧਾਰ ਬਣਾ ਕੇ ਪੰਜਾਬ ਨੂੰ ਅੱਗੇ ਲਿਜਾ ਸਕਦੇ ਹਾਂ, ਪੰਜਾਬ ਨੂੰ ਇਸ ਡਾਇਰੈਕਸ਼ਨ 'ਚ ਲਿਜਾ ਸਕਦੇ ਹਾਂ। ਸਿਰਫ ਤੇ ਸਿਰਫ ਜਿਸ ਚੀਜ਼ ਦੀ ਲੋੜ ਆ ਉਹ ਹੈਗੀ ਪੋਲੀਟੀਕਲ ਵਿਲ ਪਾਵਰ ਦੀ, ਜਿਹੜੀ ਨਹੀਂ ਹੈ। ਦੂਸਰੇ ਪਾਸੇ ਸਾਡੀ ਉਸ ਕਮਜ਼ੋਰੀ ਦੀ, ਜਿਹਦੇ ਕਰਕੇ ਸਾਡੀ ਜਿਹੜੀ ਪੋਲੀਟੀਕਲ ਕਲਾਸ ਆ ਉਹ ਬਿਊਰੋਕ੍ਰੇਸੀ ਦੇ ਥੱਲੇ ਲੱਗ ਕੇ ਪੰਜਾਬ ਨੂੰ ਉਹਦੇ ਜਿਹੜੇ ਬਣਦਾ ਹਿੱਸਾ, ਉਹਦਾ ਜਿਹੜਾ ਬਣਦਾ ਭਾਗ ਆ ਉਹ ਦੇਣ ਤੋਂ ਮੁਨਕਰ ਹੋ ਜਾਂਦੇ ਨੇ। ਸੋ ਇਸ ਦੇ ਇਹ ਦੋ ਗੱਲਾਂ ਨਹੀਂ, ਬੇਹੱਦ ਗੱਲਾਂ ਨੇ। ਮੈਂ ਜਿਹੜੀ ਸਭ ਤੋਂ ਵੱਧ ਜਿਹੜੀ ਗੱਲ ਦੇ ਉੱਤੇ ਐਮਫੈਸਿਸ ਦੇਣ ਦੀ ਲੋੜ ਆ, ਮੈਂ ਸਮਝਦਾ ਜਿਵੇਂ ਫੋਰ ਐਗਜ਼ਾਮਪਲ ਇਰੀਗੇਸ਼ਨ, ਅਸੀਂ ਪਾਣੀ ਦਾ ਬਹੁਤ ਰੌਲਾ ਪਾਉਂਦੇ ਹਾਂ ਕਿ ਸਾਡੇ ਕੋਲ ਜੀ ਪਾਣੀ ਨਹੀਂ ਹੈ। ਹੁਣ ਦੇ ਹਿਸਾਬ ਨਾਲ 70% ਪਾਣੀ ਸੇਵ ਹੋ ਸਕਦਾ ਔਰ ਜਿਹਦੇ ਨਾਲ ਪੰਜਾਬ ਦਾ ਥੱਲੇ ਵਾਲਾ ਪਾਣੀ ਵੀ ਬਚੇਗਾ, ਸਾਰਾ ਕੁਝ ਵੀ ਬਚੇਗਾ ਅਗਰ ਅਸੀਂ ਆਪਣੇ ਇਰੀਗੇਸ਼ਨ ਸਿਸਟਮ ਨੂੰ ਸਾਫ ਸੁਥਰਾ ਹੀ ਕਰ ਲਈਏ। ਸਾਡੇ ਕੋਲ ਤਾਂ ਇੰਨੀ ਸਾਡੀ ਜ਼ਰੂਰਤ ਨਹੀਂ ਹੈ ਕਿ ਅਸੀਂ ਆਪਣੀਆਂ ਮਤਲਬ ਨਹਿਰਾਂ, ਨਾਲੇ, ਕੱਸੀਆਂ ਇਹਨੂੰ ਸਾਫ ਹੀ ਕਰ ਸਕੀਏ। ਇਹਨੂੰ ਮਾਡਰਨਾਈਜ਼ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ, ਅਸੀਂ ਤਾਂ ਸਫਾਈ ਕਰਨ ਦੇ ਵੀ ਕਾਬਿਲ ਨਹੀਂ ਰਹੇ। ਸੋ ਮਤਲਬ ਬਹੁਤ ਕੁਝ ਐਸਾ ਜਿਹੜਾ ਕਿ ਕੇਂਦਰ ਸਰਕਾਰ ਵੱਲ ਦੇਖਣ ਦੀ ਲੋੜ ਨਹੀਂ, ਪੰਜਾਬ ਸਰਕਾਰ ਖੁਦ ਬਹੁਤ ਕੁਝ ਕਰ ਸਕਦੀ ਹੈ। ਬਿਲਕੁਲ ਕਰ ਸਕਦੀ ਹੈ। ਅਸੀਂ ਕਾਫੀ ਅੱਗੇ ਵਧ ਆਏ ਹਾਂ, ਲਗਭਗ ਅਸੀਂ 34 ਮਿੰਟ ਤੱਕ ਪਹੁੰਚ ਗਏ ਹਾਂ। ਮੈਨੂੰ ਲੱਗਦਾ ਲੋਕਾਂ ਕੋਲ ਸਮਾਂ ਘੱਟ ਹੁੰਦਾ, ਉਹ ਸਿੱਧੀ ਜੀ ਗੱਲ ਸੁਣਨਾ ਚਾਹੁੰਦੇ ਆ। ਮੈਨੂੰ ਲੱਗਦਾ ਅਸੀਂ ਇੱਕ ਤੋਂ ਵੱਧ ਐਪੀਸੋਡ ਤੇ ਕਰਾਂਗੇ, ਐਗਰੀਕਲਚਰ ਤੇ ਕੁਝ ਮਾਹਿਰ ਲੈ ਕੇ ਵੀ ਕਰਾਂਗੇ, ਸਾਡੀ ਇਹ ਬੁਨਿਆਦ ਆ। ਲੇਕਿਨ ਸਭ ਤੋਂ ਵੱਡਾ ਸਵਾਲ ਆ ਜਿਹੜੇ ਤੁਸੀਂ ਕਿਹਾ, ਉਹਦੇ ਵਿੱਚ ਇੰਟਰਨੈਟ ਟੈਕਨੋਲੋਜੀ ਬੜੇ ਵੱਡੇ ਪੱਧਰ ਤੇ ਵਰਤੀ ਜਾ ਸਕਦੀ ਆ, ਆਈਡੀਆਜ਼ ਨੂੰ ਸ਼ੇਪ ਦਿੱਤੀ ਜਾ ਸਕਦੀ ਆ। ਹੁਣ ਇੱਕ ਸਿੰਪਲ ਬੰਦੇ ਨੇ ਬੈਠਿਆਂ ਓਲਾ ਜਾਂ ਉਬਰ ਜਾਂ ਜ਼ੋਮੈਟੋ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਆਜ਼ਾਦ ਕਰਤੀਆਂ। ਉਹ ਬੰਦਾ ਪਤਾ ਨਹੀਂ ਕਿਸ ਖਿੱਤੇ 'ਚ ਬੈਠਾ ਦੁਨੀਆ ਦੇ ਵਿੱਚ, ਲੇਕਿਨ ਸਾਰੀ ਦੁਨੀਆ ਦੇ ਵਿੱਚ ਲੱਖਾਂ ਕਰੋੜਾਂ ਹੱਥਾਂ ਨੂੰ ਕੰਮ ਮਿਲ ਗਿਆ ਔਰ ਬਹੁਤ ਸਾਰੇ ਕਾਰੋਬਾਰਾਂ ਨੂੰ ਜਿਹੜੀ ਆ ਉਹ ਦਿਸ਼ਾ ਮਿਲ ਗਈ। ਇਹ ਪੰਜਾਬ ਦੀ ਰਾਜਨੀਤੀ ਨੂੰ ਜੇ ਪਾਸੇ ਰੱਖ ਕੇ ਕੁਝ ਪਲ ਲਈ ਪੰਜਾਬ ਦੇ ਨੌਜਵਾਨ ਇਹਦੀ ਬੁਨਿਆਦ ਨੂੰ ਖੜਾ ਕਰਨ ਲਈ ਸੋਚਣ ਲੱਗ ਜਾਣ, ਜਿਵੇਂ ਕਿਸਾਨੀ ਅੰਦੋਲਨ 'ਚ ਲੋਕ ਖੜੇ ਹੋ ਗਏ ਤਾਂ ਮੇਰੇ ਖਿਆਲ ਪੰਜਾਬ ਦੀ ਅਜ਼ਮਤ ਨੂੰ ਚਾਰ ਚੰਨ ਲੱਗ ਗਏ। ਅਸੀਂ ਆਪਣੀ ਅਣਖ ਨੂੰ ਮੁੜ ਕੇ ਜਿਉਂਦਾ ਹੁੰਦੇ ਵੇਖਿਆ। ਖੈਰ, ਜੇ ਪੰਜਾਬ ਦੇ ਲੋਕ ਇੱਥੋਂ ਦੀ ਮਿੱਟੀ ਨੂੰ ਮੁੜ ਪਰਿਭਾਸ਼ਿਤ ਕਰਨਾ ਚਾਹੁਣ, ਭਾਵੇਂ ਉਹ ਖੇਤੀ ਦਾ ਨਜ਼ਰੀਆ ਹੋਵੇ, ਰੁਜ਼ਗਾਰ ਦਾ ਹੋਵੇ, ਕਲਚਰ ਦਾ ਹੋਵੇ, ਗੀਤ ਸੰਗੀਤ ਦਾ ਹੋਵੇ, ਬਹੁਤ ਮੌਕੇ ਪਏ ਆ। ਅੱਜ ਜਿੰਨਾ ਮੰਚਾਂ ਤੋਂ ਅਸੀਂ ਖੜੇ ਆਏ, ਕਦੇ ਸੰਭਵ ਸੀ, ਕਦੇ ਬਿਨਾਂ ਲਾਇਸੈਂਸ ਤੋਂ ਸੋਚੇ ਨਹੀਂ ਜਾ ਸਕਦੇ। ਹਾਲਾਂਕਿ ਅਸੀਂ ਤਾਂ ਜਿਹੜੇ ਭਾਰਤ ਸਰਕਾਰ ਦੇ ਕੁਝ ਅਦਾਰੇ ਆ ਉਹਨਾਂ ਤੋਂ ਲਾਇਸੈਂਸ ਸ਼ੁਦਾ ਹੈ, ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਨਿੱਜੀ ਗੱਲ ਰੱਖਣ ਲਈ ਹੁਣ ਕਿਸੇ ਟੀਵੀ ਤੇ ਜਾਣ ਨੂੰ ਤਰਜੀਹ ਨਹੀਂ ਦਿੰਦੇ। ਆਪਣੀ ਫੇਸਬੁੱਕ ਜਾਂ ਯੂਟਿਊਬ ਜਾਂ ਕਿਸੇ ਹੋਰ ਇੰਸਟਾਗ੍ਰਾਮ ਜਾਂ ਕਿਸੇ ਵੀ ਮੰਚ ਤੇ ਖੜੇ ਹੋ ਜਾਂਦੇ, ਟਵਿੱਟਰ ਤੇ ਗੱਲ ਫੈਲ ਜਾਂਦੀ। ਤੁਹਾਡੀ ਸਮਰੱਥਾ ਜਿੱਥੋਂ ਤੱਕ ਮਰਜ਼ੀ ਪਹੁੰਚਾ ਲਓ। ਮੈਂ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੂੰਗਾ ਸਰਦਾਰ ਅਮਰਜੀਤ ਸਿੰਘ ਗਰੇਵਾਲ ਨਾਲ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮਿਲਣ। ਉਹ ਧਰਤੀ ਛੱਡ ਕੇ ਜਾਣ ਦੀ ਬਜਾਏ ਬਾਹਰਲੀਆਂ ਧਰਤੀਆਂ ਤੇ ਬੈਠੇ ਵੀ ਇੱਥੇ ਆਉਣ, ਉਹ ਆਪਣੇ ਖੇਤਾਂ ਖੂੰਜਿਆਂ ਵੱਲ ਵਾਪਸ ਮੁੜਨ। ਤੇ ਜਿਹੜੇ ਸੁੰਨੇ ਪਏ ਘਰ ਆ, ਹੁਣ ਤਾਂ ਜਿੰਦਰੇ ਵੀ ਜੰਗਾਲ ਗਏ, ਤੇ ਉਹਨਾਂ ਨੂੰ ਚਾਬੀਆਂ ਚੂਬੀਆਂ ਲਾ ਕੇ ਵੇਖਣ। ਪਿਓ ਦਾਦਿਆਂ ਦੀਆਂ ਵਿਰਾਸਤਾਂ ਪਈਆਂ ਨੇ, ਕਿਤੇ ਨਾ ਕਿਤੇ ਤਾਂ ਗੱਲ ਤੁਰਦੀ ਆ, ਕਿਤੇ ਨਾ ਕਿਤੇ ਤਾਂ ਅੰਦਰ ਸੀਨੇ ਚਸਕ ਜੀ ਉੱਠਦੀ ਆ ਨਾ।
ਇੱਥੇ ਘਰ ਦੀਆਂ ਕੱਢੀਆਂ ਦੀ ਗੱਲ ਗੁਰਦਾਸ ਮਾਨ ਕਰਦੇ ਹੁੰਦੇ ਸੀ। ਹੁਣ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਦੁਨੀਆ ਗਾਹ ਲਈ ਸਾਰਿਆਂ ਨੇ, ਬਹੁਤੇ ਲੋਕਾਂ ਨੇ ਜਿਨ੍ਹਾਂ ਦੇ ਅੰਦਰ ਬ੍ਰੇਨ ਸੀ ਜਾਂ ਸਾਧਨ ਸੀ ਥੋੜੇ ਬਹੁਤੇ। ਖੈਰ ਸਵਾਦ ਕਿਤੇ ਨਹੀਂ ਆਉਂਦਾ, ਸਵਾਦ ਆਪਣੀ ਜੂਹ ਚ ਆਉਂਦਾ ਹੈ। ਗਰੇਵਾਲ ਸਾਹਿਬ ਬਹੁਤ ਮਿਹਰਬਾਨੀ। ਬਹੁਤ ਜਲਦੀ ਇੱਕ ਨਵੇਂ ਸੈਗਮੈਂਟ ਤੇ ਇੱਕ ਨਵੇਂ ਇਸੇ ਵਿਸ਼ੇ ਨੂੰ ਅੱਗੇ ਵਧਾਉਣ ਲਈ ਰੰਧਾਵਾ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਉਹ ਮੇਰੀ ਜ਼ਰੂਰ ਮਤਲਬ ਮੈਂ ਚਾਹੁੰਦਾ ਲੋਕਾਂ ਨਾਲ ਸ਼ੇਅਰ ਕੀਤੀ ਜਾਵੇ। ਤੁਸੀਂ ਥੋੜਾ ਜਿਹਾ ਅੱਗੇ ਆ ਜਾਓ, ਥੋੜਾ ਜਿਹਾ ਅੱਗੇ ਆ ਜਾਓ ਜੀ। ਜਿਵੇਂ ਤੁਸੀਂ ਇਹ ਗੱਲ ਕੀਤੀ ਆ ਕਿ ਪੰਜਾਬ ਦੀ ਯੂਥ ਨੂੰ ਕਿਵੇਂ ਰੋਜ਼ਗਾਰ ਮਿਲੇ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਰੋਜ਼ਗਾਰ ਦੀਆਂ ਇੰਨੀਆਂ ਕੁ ਪੋਸੀਬਿਲਿਟੀਜ਼ ਨੇ ਜਿੰਨੀਆਂ ਸਾਤੋਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਨੇ। ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ, ਐਜੂਕੇਸ਼ਨ ਆ ਸਾਡੀ। ਐਜੂਕੇਸ਼ਨ ਅਸੀਂ ਉਸੇ ਢੰਗ ਤਰੀਕਿਆਂ ਨਾਲ ਚਲਾ ਰਹੇ ਹਾਂ ਜਿਹੜੀ ਸਾਨੂੰ ਅੰਗਰੇਜ਼ ਦੇ ਕੇ ਗਏ ਸੀ, ਜਾਂ ਜਿਹੜੀ ਪ੍ਰੀ ਕਲੋਨੀਅਲ ਜਿਹੜੀ ਐਜੂਕੇਸ਼ਨ ਸੀ, ਅਸੀਂ ਉਸੇ ਮਾਡਲ ਦੇ ਉੱਤੇ ਚੱਲ ਰਹੇ ਹਾਂ। ਮੈਨੂੰ ਤਾਂ ਐਜੂਕੇਸ਼ਨ ਸ਼ਬਦ ਹੀ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਤਾਂ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਕਾਲਜਿਸ ਨੇ ਜਿੱਥੇ ਅਸੀਂ ਇੰਨੀਆਂ ਫੀਸਾਂ ਲੈ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਮੈਂ ਕਹਿੰਦਾ ਉੱਥੇ ਬੱਚਿਆਂ ਨੂੰ ਫੀਸ ਲੈ ਕੇ ਕਿਉਂ ਪੜ੍ਹਾਇਆ ਜਾਵੇ। ਜਿਹੜੇ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਲਰਨਿੰਗ ਦੇ ਇੰਸਟੀਟਿਊਸ਼ਨਸ ਨਹੀਂ ਹੈਗੇ, ਉਹ ਨੌਲੇਜ ਪ੍ਰੋਡਕਸ਼ਨ ਦੇ ਇੰਸਟੀਟਿਊਸ਼ਨਸ ਨੇ। ਉੱਥੇ ਗਿਆਨ ਦਾ ਉਤਪਾਦਨ ਹੁੰਦਾ, ਔਰ ਗਿਆਨ ਦੇ ਉਤਪਾਦਨ ਦੇ ਵਿੱਚ ਬਹੁਤੀ ਵਾਰ ਮਤਲਬ ਤਾਂ ਟੀਚਰ ਨਾਲੋਂ ਕਿਤੇ ਜ਼ਿਆਦਾ ਮਤਲਬ ਜਿਹੜੇ ਸਟੂਡੈਂਟਸ ਨੇ ਉਹ ਪਾਰਟਿਸਿਪੇਟ ਕਰਦੇ ਨੇ। ਇਹਦਾ ਮਤਲਬ ਇਹ ਆ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਜੇ ਚਾਹੇ ਉਹ ਪ੍ਰੋਫੈਸ਼ਨਲ ਐਜੂਕੇਸ਼ਨ ਆ, ਚਾਹੇ ਉਹ ਆਰਟਸ ਦੀ ਐਜੂਕੇਸ਼ਨ ਆ, ਆਰਟਸ ਦੇ ਵਿੱਚ ਵੀ ਬੇਹੱਦ ਪੋਟੈਂਸ਼ੀਅਲ ਪਿਆ ਐਮਪਲੋਇਮੈਂਟ ਦਾ। ਉਹਦੇ ਵਿੱਚ ਜਿਹੜੀ ਨੌਲੇਜ ਪ੍ਰੋਡਕਸ਼ਨ ਆ, ਉਹਦੇ ਵਿੱਚ ਜਿਹੜਾ ਬੱਚਾ ਦਾਖਲ ਹੁੰਦਾ ਉਹਨੂੰ ਪੈਸਾ ਮਿਲੇ, ਨਾ ਕਿ ਉਹ ਪੈਸਾ ਫੀਸਾਂ ਦੇ ਰੂਪ ਦੇ ਵਿੱਚ ਪੈਸਾ ਦੇਵੇ। ਇਹ ਗੱਲ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਆ ਬਿਨਾਂ ਸਰਕਾਰ ਦੇ ਉੱਤੇ ਬੋਝ ਪਾਏ। ਇਹਦੇ ਵਿੱਚ ਰੁਕਾਵਟ ਕੀ ਆ ਕਿ ਸਾਡੀਆਂ ਉਹ ਸੰਸਥਾਵਾਂ ਜਿਹੜੀਆਂ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਰੂਪ ਦੇ ਵਿੱਚ ਸਥਾਪਿਤ ਹੋ ਚੁੱਕੀਆਂ ਨੇ, ਉਹ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਡਿਸਰਪਟ ਕਰਕੇ ਕ੍ਰੀਏਟਿਵਲੀ ਸਟੂਡੈਂਟਸ ਦੀ ਪਾਰਟਿਸਿਪੇਸ਼ਨ ਰਾਹੀਂ ਪੰਜਾਬ ਨੂੰ, ਪੰਜਾਬ ਦੀ ਯੂਥ ਨੂੰ ਔਰ ਪੰਜਾਬ ਦੀ ਸਾਰਾ ਜਿਹੜਾ ਐਂਟਰਪ੍ਰੈਨਿਓਰਸ਼ਿਪ ਆ ਉਹਨੂੰ ਸਟਰੈਂਥਨ ਕੀਤਾ ਜਾਵੇ। ਸੋ ਮੈਂ ਸਮਝਦਾ ਕਿ ਸਭ ਤੋਂ ਵੱਧ ਅਗਰ ਕਿਸੇ ਚੀਜ਼ ਵੱਲ ਇਸ ਵੇਲੇ ਧਿਆਨ ਦੇਣ ਦੀ ਲੋੜ ਹੈ, ਉਹ ਹੈ ਐਜੂਕੇਸ਼ਨ ਦੇ ਵਿੱਚ ਕ੍ਰੀਏਟਿਵ ਡਿਸਰਪਸ਼ਨ ਦੀ, ਜਿਹਦੇ ਰਾਹੀਂ ਸਟੂਡੈਂਟਸ ਨੂੰ ਤੇ ਹਰ ਕਿਸਮ ਦੇ ਜਿਹੜੇ ਨੌਲੇਜ ਪ੍ਰੋਡਕਸ਼ਨ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਐਮਪਲੋਇਮੈਂਟ ਦੀ ਫਾਰਮ ਦੇ ਵਿੱਚ ਹੀ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਨੂੰ ਪੈਸਾ ਮਿਲੇ, ਔਰ ਉਹ ਪੰਜਾਬ ਦੀ ਬਿਹਤਰੀ ਲਈ, ਹਿੰਦੁਸਤਾਨ ਦੀ ਬਿਹਤਰੀ ਲਈ, ਦੁਨੀਆ ਦੀ ਬਿਹਤਰੀ ਲਈ, ਦੁਨੀਆ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਲੇ ਲੋਕ ਬਣਨ। ਉਹ ਪੜ੍ਹਨ ਵਾਲੇ ਨਹੀਂ, ਪ੍ਰੋਬਲਮ ਸੋਲਵਰਸ ਬਣਨ। ਉਹ ਲੋਕ ਨੇ ਜਿਨ੍ਹਾਂ ਨੇ ਦੁਨੀਆ ਦੀਆਂ ਪ੍ਰੋਬਲਮ ਸੋਲਵ ਕਰਨੀਆਂ। ਸੋ ਸਾਨੂੰ ਸਾਰਾ ਕੁਝ ਹੀ ਇੱਕ ਨਵੇਂ ਰੂਪ ਦੇ ਵਿੱਚ, ਨਵੀਂ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਆ। ਪਰ ਪ੍ਰੋਬਲਮ ਉੱਥੇ ਹੀ ਆ ਜਾਂਦੀ ਹੈ ਕਿ ਤੁਸੀਂ ਐਜੂਕੇਸ਼ਨ ਨੂੰ ਇਸ ਕਰਕੇ ਨਹੀਂ ਮਤਲਬ ਛੇੜਨਾ ਚਾਹੁੰਦੇ ਕਿਉਂਕਿ ਵੱਡੇ ਜਿਹੜੇ ਘਰਾਣੇ ਨੇ ਜਿਹੜੇ ਮਤਲਬ ਤੁਹਾਨੂੰ ਦਿੰਦੇ ਨੇ, ਇਲੈਕਸ਼ਨ ਫੰਡ ਦਿੰਦੇ ਨੇ, ਉਹ ਡਿਸਟਰਬ ਹੋ ਜਾਣਗੇ। ਤੁਸੀਂ ਕਾਰਪੋਰੇਟ ਨੂੰ ਨਹੀਂ ਛੇੜਨਾ, ਤੁਸੀਂ ਪੰਜਾਬ ਦੀ ਐਗਰੀਕਲਚਰ ਦੇ ਵਿੱਚ ਕਿਸਾਨਾਂ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ ਕਿਤੇ ਜਿਹੜੇ ਉਹ ਸਾਨੂੰ ਇਲੈਕਸ਼ਨ ਫੰਡ ਦਿੰਦੇ ਨੇ। ਸੋ ਸਾਨੂੰ ਤਾਂ ਇਲੈਕਸ਼ਨ ਫੰਡ ਨੇ ਮਾਰਿਆ ਹੋਇਆ। ਸੋ ਅਗਰ ਅਸੀਂ ਕਿਸੇ ਤਰ੍ਹਾਂ ਨਾਲ ਅਸੀਂ ਇਹਦੇ ਚੋਂ ਨਿਕਲ ਸਕੀਏ, ਔਰ ਮੈਂ ਗਵਰਨਮੈਂਟ ਆਫ ਇੰਡੀਆ ਦੀ ਲੈਵਲ ਦੀ ਨਹੀਂ ਗੱਲ ਕਰ ਰਿਹਾ ਹੁਣ, ਮਤਲਬ ਇਲੈਕਸ਼ਨ ਪੰਜਾਬ ਦੀਆਂ ਆਉਣ ਵਾਲੀਆਂ ਨੇ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਹੁਣੇ ਸੁਧਰ ਜਾਣ, ਹੁਣੇ ਸੋਚ ਲੈਣ ਕਿ ਅਸੀਂ ਪੰਜਾਬ ਨੂੰ ਡੁਬੋਣ ਵਾਲੇ ਪਾਸੇ ਨਹੀਂ ਜਾਣਾ, ਅਸੀਂ ਪੰਜਾਬ ਨੂੰ ਜਾਗਣ ਵਾਲੇ ਪਾਸੇ ਲੈ ਕੇ ਜਾਣਾ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਬਹੁਤ ਵਿਸਥਾਰ 'ਚ ਗੱਲ ਹੋਈ ਹੈ, ਲੇਕਿਨ ਇਹਨੂੰ ਕੰਟੀਨਿਊਟੀ 'ਚ ਰੱਖਾਂਗੇ, ਇਹਨੂੰ ਰੋਕਾਂਗੇ ਨਹੀਂ, ਇਹ ਪ੍ਰਵਾਹ ਚੱਲਦਾ ਰਹੂਗਾ। ਬਹੁਤ ਧੰਨਵਾਦ। ਥੈਂਕ ਯੂ।